ਸਿੱਖ ਫਿਲਾਸਫੀ ਦਾ ਇਹ ਪ੍ਰੋਗਰਾਮ ਜਿਹੜੇ ਸਭ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਸਰੋਤਿਆਂ ਤੋਂ ਮੁਆਫੀ ਮੰਗ ਲੈਂਦੇ ਹਾਂ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਪ੍ਰੋਗਰਾਮ ਨਹੀਂ ਕਰ ਸਕੇ ਅਤੇ ਅੱਜ ਦੁਬਾਰਾ ਫਿਰ ਇਹ ਪ੍ਰੋਗਰਾਮ ਸ਼ੁਰੂ ਹੈ ਹਰ ਬੁੱਧਵਾਰ 8 ਤੋਂ 9 ਵਜੇ ਤੱਕ। ਅਤੇ ਇਹ ਜਿਸ ਤਰ੍ਹਾਂ ਨਾਂ ਹੈ ਸਿੱਖ ਫਿਲਾਸਫੀ, ਜਿਸ ਤਰ੍ਹਾਂ ਅੱਗੇ ਪ੍ਰੋਗਰਾਮ ਪਿਛਲੇ ਕੁਝ ਸਾਲਾਂ ਤੋਂ ਕਰਦੇ ਆ ਰਹੇ ਤੁਸੀਂ ਜਾਣਦੇ ਹੋ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹ ਪ੍ਰੋਗਰਾਮ ਐਜੂਕੇਸ਼ਨਲ ਹੋਵੇ, ਬਜਾਏ ਕਿ ਅਸੀਂ ਇੱਕ ਦੂਜੇ ਦੇ ਚਿੱਕੜ ਸਿੱਟੀਏ ਜਾਂ ਨੀਵਾਂ ਦਿਖਾ ਲਈਏ। ਐਜੂਕੇਸ਼ਨਲ ਹੋਵੇ ਤਾਂ ਕਿ ਲੋਕੀ ਸਾਰੇ ਆਪਾਂ ਰਲ ਮਿਲ ਕੇ ਕੁਝ ਨਾ ਕੁਝ ਸਿੱਖ ਸਕੀਏ। ਅਤੇ ਪ੍ਰੋਗਰਾਮ ਦੇ ਜੋ ਮੇਨ ਸੰਚਾਲਕ ਨੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ, ਬੜੀ ਮਿਹਨਤ ਕਰਕੇ ਉਹ ਆਪਣੇ ਤੱਕ ਇਹ ਸਾਰੇ ਸਬਜੈਕਟ ਜੋ ਆਪਾਂ ਗੱਲਬਾਤ ਕਰਦੇ ਹਾਂ ਉਹ ਲਿਆਉਂਦੇ ਨੇ ਅਤੇ ਉਹਨਾਂ ਦੀ ਮਿਹਨਤ ਦਾ ਵੀ ਫਲ ਤਾਂ ਹੀ ਹੋਵੇਗਾ ਉਹਨਾਂ ਨੂੰ ਮਹਿਸੂਸ ਜੇ ਅਸੀਂ ਕੁਝ ਨਾ ਕੁਝ ਉਹਨਾਂ ਤੋਂ ਸਿੱਖ ਸਕੀਏ। ਸੋ ਅੱਜ ਵੀ ਸਤਿਕਾਰਯੋਗ ਭਾਈ ਸਾਹਿਬ ਜੀ ਆਪਣੇ ਨਾਲ ਹਾਜ਼ਰ ਨੇ। ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਪਿਛਲੇ ਕੁਝ ਸਮੇਂ ਤੋਂ ਨਹੀਂ, ਕਈਆਂ ਸਾਲਾਂ ਤੋਂ ਹੀ ਮਾੜੀ ਮੋਟੀ ਗੱਲ ਕਰਦੇ ਆ ਰਹੇ ਹਾਂ, ਪਰ ਅੱਖੋਂ ਪਰੋਖੇ ਇਹ ਗੱਲ ਕੀਤੀ ਜਾ ਰਹੀ ਹੈ ਜੋ ਸਾਡੇ ਇਤਿਹਾਸ ਵਿੱਚ ਮਿਲਗੋਭਾ ਕੀਤਾ ਜਾ ਰਿਹਾ ਹੈ। ਇਤਿਹਾਸ ਇਹੋ ਜਿਹਾ ਤਰੋੜਿਆ ਮਰੋੜਿਆ ਵਿਗਾੜਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਸੱਚ ਅਤੇ ਝੂਠ ਕੀ ਹੈ, ਅਸਲੀਅਤ ਕੀ ਹੈ ਅਤੇ ਨਕਲੀ ਕੀ ਹੈ, ਇਹ ਪਛਾਣਨ ਵਿੱਚ ਬੜੀ ਮੁਸ਼ਕਲ ਹੋਵੇਗੀ ਅਗਰ ਅਸੀਂ ਨਾ ਸੰਭਲੇ ਤਾਂ। ਇਹ ਕੌਣ ਇਤਿਹਾਸ ਵਿੱਚ ਮਿਲਗੋਭਾ ਕਰ ਰਿਹਾ ਹੈ, ਇਹ ਸਭ ਡਿਫਰੈਂਟ ਹੈ। ਉਹਨਾਂ ਦਾ ਕੰਮ ਹੈ ਉਹਨਾਂ ਕਰਨਾ, ਪਰ ਅਸੀਂ ਵੀ ਵੀ ਆਰ ਲਿਵਿੰਗ 21st ਸੈਂਚੁਰੀ, ਸਾਨੂੰ ਵੀ ਸੁਚੇਤ ਹੋਣਾ ਚਾਹੀਦਾ ਕਿ ਜੇ ਹੋ ਰਿਹਾ ਅਸੀਂ ਕੀ ਕਰ ਰਹੇ ਹਾਂ। ਪਰ ਜੋ ਹਾਲ ਸਾਡਾ ਹੈ ਉਹ ਤੁਸੀਂ ਦੇਖ ਹੀ ਰਹੇ ਹੋ। ਕੋਈ ਇਹਦੇ ਵੱਲ ਧਿਆਨ ਹੀ ਨਹੀਂ ਦੇ ਰਿਹਾ, ਸਭ ਸੁੱਤੇ ਪਏ ਨੇ ਆਪੋ ਆਪਣੀ ਨੀਂਦ ਦੇ ਘੂਕ ਕਿ ਜੋ ਹੋ ਰਿਹਾ ਹੋ ਰਿਹਾ। ਸਾਡੀਆਂ ਪਰੰਪਰਾਵਾਂ ਖਤਮ ਕੀਤੀਆਂ ਜਾ ਰਹੀਆਂ ਨੇ ਅਤੇ ਸਾਡੇ ਇਤਿਹਾਸ ਵਿੱਚ ਦਿਨ ਦਿਹਾੜੇ ਕਿ ਸਾਡੀ ਜਿਹੜੀ ਲੈਂਗੁਏਜ ਆ ਉਹ ਵੀ ਬਦਲੀ ਜਾ ਰਹੀ ਹੈ। ਇਹਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਅਤੇ ਇਹਦੇ ਵਿੱਚ ਜਾਣੇ ਅਣਜਾਣੇ ਸਾਡੇ ਸੋ ਕੋਲਡ ਬੁੱਧੀਜੀਵੀ ਜਿਹੜੇ ਅੱਜ ਕੱਲ੍ਹ ਉੱਠ ਰਹੇ ਨੇ ਉਹ ਬੜਾ ਪਾਰਟ ਪਲੇ ਕਰ ਰਹੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਬੁੱਧੀਜੀਵੀ ਸਮਝਦੇ ਹੀ ਤਾਂ ਨੇ ਜੇ ਇਤਿਹਾਸ ਵਿੱਚੋਂ ਕੁਝ ਨਾ ਕੁਝ ਲੈ ਕੇ ਉਲਝ ਉਠਾ ਸਕੀਏ। ਇਹ ਨਹੀਂ ਉਹ ਜਾਣਦੇ ਕਿ ਜਿਹਦਾ ਦਾ ਇਤਿਹਾਸ ਹੈ ਗੁਰੂ ਸਾਹਿਬਾਂ ਦਾ ਜਾਂ ਸ਼ਹੀਦਾਂ ਦਾ, ਉਹ ਕਿੱਥੇ ਸਨ ਤੇ ਅਸੀਂ ਕਿੱਥੇ ਹਾਂ। ਉਹਨਾਂ ਦੀ ਤੁਲਨਾ ਆਪਣੇ ਨਾਲ ਕਰਦੇ ਨੇ। ਜੇ ਅਸੀਂ ਨਹੀਂ ਕਰ ਸਕਦੇ ਤਾਂ ਉਹ ਕਿੰਨਾ ਕਰ ਸਕਣਗੇ, ਆਹ ਕੰਪੈਰੀਜ਼ਨ ਕਰ ਰਹੇ ਨੇ। ਪਰ ਤੱਕੋ ਉਹਨਾਂ ਸ਼ਹੀਦਾਂ ਵੱਲ, ਗੁਰੂ ਸਾਹਿਬਾਂ ਵੱਲ, ਉਹਨਾਂ ਦੇ ਪਰਿਵਾਰਾਂ ਵੱਲ, ਉਹਨਾਂ ਨੇ ਕਿੰਨੀਆਂ ਕਿੰਨੀਆਂ ਬਹਾਦਰੀਆਂ, ਕਿੰਨੀਆਂ ਕਿੰਨੀਆਂ ਸ਼ਹੀਦੀਆਂ ਸ਼ਹਾਦਤਾਂ ਦਿੱਤੀਆਂ, ਕੀ ਕੁਝ ਨਹੀਂ ਸਾਡੇ ਲਈ ਵਾਸਤੇ ਕੀਤਾ। ਇਹ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਹਦੇ ਉੱਤੇ ਅੱਜ ਅਸੀਂ ਵਿਚਾਰ ਇੱਥੋਂ ਸ਼ੁਰੂ ਕਰਦੇ ਹਾਂ ਕਿ ਥੋੜ੍ਹਾ ਇਹ ਸੁਚੇਤ ਕਰਨ ਵਾਸਤੇ ਕਿ ਭਾਈ ਸਾਹਿਬ ਜੀ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਇਹ ਜੋ ਮਿਲਗੋਭਾ ਹੋ ਰਿਹਾ ਹੈ ਇਤਿਹਾਸ ਵਿੱਚ, ਇਹਨੂੰ ਸੁਚੇਤ ਕਰਨ ਵਾਸਤੇ ਇਹਨੂੰ ਥੋੜ੍ਹਾ ਜਿਹਾ ਜੇ ਕਿਸੇ ਪਾਸੇ ਮੋੜ ਸਕੀਏ ਤਾਂ ਕਿ ਮੋੜ ਪੈ ਜਾਵੇ। ਉਹ ਕੀ ਉਪਰਾਲੇ ਕੀਤੇ ਜਾ ਸਕਦੇ ਹਨ ਤੇ ਪਹਿਲਾਂ ਕੌਣ ਹੈ ਇਹਦਾ ਜ਼ਿੰਮੇਵਾਰ, ਕੌਣ ਹੈ ਜ਼ਿੰਮੇਵਾਰ। ਅਸੀਂ ਇੱਕ ਜ਼ਿੰਮੇਵਾਰੀ ਇੱਕ ਸੁਸਾਇਟੀ ਤੇ SGPC ਤੇ ਸਿੱਟੀ ਹੋਈ ਹੈ ਕਿ ਉਹ ਆਪਣਾ ਫਰਜ਼ ਨਿਭਾ ਰਹੇ ਨੇ ਜਾਂ ਨਹੀਂ ਨਿਭਾ ਰਹੇ। ਸੋ ਭਾਈ ਸਾਹਿਬ ਜੀ ਸ਼ੁਰੂ ਇੱਥੋਂ ਕਰੋ ਕਿ ਇਹ ਜੋ ਮਿਲਗੋਭਾ ਹੋ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਅਤੇ ਕਿੱਦਾਂ ਹੋ ਰਿਹਾ। ਡਾਕਟਰ ਸਾਹਿਬ ਸਭ ਤੋਂ ਧੰਨਵਾਦ ਤੁਹਾਡਾ ਬਹੁਤ। ਸਭ ਤੋਂ ਪਹਿਲਾਂ ਤਾਂ ਇਹ ਵੇਖਣਾ ਪੈਣਾ ਹੈ ਵੀ ਸਾਡਾ ਇਹ ਇਤਿਹਾਸ ਕਿਉਂ ਵਿਗਾੜਿਆ ਜਾ ਰਿਹਾ। ਜਦੋਂ ਅਸੀਂ ਦੂਸਰੀਆਂ ਕੌਮਾਂ ਵੱਲ ਵੇਖਦੇ ਹਾਂ ਕਿ ਬਹੁਤੀਆਂ ਐਸੀਆਂ ਕੌਮਾਂ ਜਿਨ੍ਹਾਂ ਦਾ ਆਪਣਾ ਇਤਿਹਾਸ ਹੀ ਕੋਈ ਨਹੀਂ। ਅਸੀਂ ਗੱਲ
ਧਾਰਮਿਕ ਕੌਮਾਂ ਦੀ ਕਰਦੇ ਹਾਂ ਜਿਹੜੇ ਸਾਡੇ ਆਸ-ਪਾਸ ਨੇ ਜਾਂ ਜਿਨ੍ਹਾਂ ਦੇ ਨਾਲ ਸਾਡੀ ਸਹਿ ਹੋਂਦ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਪੰਥ ਸ਼ੁਰੂ ਕੀਤਾ ਸੀ, ਨਿਰਮਲ ਪੰਥ, ਤੇ ਉਹ ਉਸ ਵੇਲੇ ਦੀਆਂ ਜਿੰਨੀਆਂ ਪ੍ਰਚਲਿਤ ਰਵਾਇਤਾਂ, ਰੀਤਾਂ, ਵਹਿਮ ਭਰਮ, ਊਚ ਨੀਚ, ਜਾਤ ਪਾਤ ਦੀਆਂ ਵੰਡੀਆਂ, ਉਹਨਾਂ ਸਾਰੀਆਂ ਨੂੰ ਤੋੜ ਕੇ ਇੱਕ ਇਨਕਲਾਬੀ ਮਾਰਗ ਦਿੱਤਾ ਸੀ। ਉਦੋਂ ਤੋਂ ਹੀ ਉਹਦਾ ਵਿਰੋਧ ਜਿਹੜਾ ਸੀਗਾ ਬਰਾਬਰ ਚੱਲਦਾ ਆ ਰਿਹਾ ਸੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਹੁੰਦੀ ਸਾਨੂੰ ਪਤਾ ਹੈ। ਫਿਰ 10ਵੇਂ ਪਾਤਸ਼ਾਹ ਵੱਲੋਂ ਜਿਸ ਵੇਲੇ ਗੁਰਸੰਗਤ ਕੀਨੀ ਖਾਲਸਾ ਦਾ ਕੌਤਕ ਰਚ ਦਿੱਤਾ ਗਿਆ 1699 ਨੂੰ, ਪ੍ਰੈਕਟੀਕਲ ਰੂਪ ਦੇ ਵਿੱਚ ਸਾਰਾ ਕੁਝ ਹੀ ਬਦਲ ਦਿੱਤਾ ਗਿਆ, ਹਰ ਇੱਕ ਨੂੰ ਬਰਾਬਰ ਕਰ ਦਿੱਤਾ ਗਿਆ। ਤੇ ਉਸ ਵੇਲੇ ਫਿਰ ਉਹ ਜਿਹੜੀਆਂ ਵਿਰੋਧੀ ਸ਼ਕਤੀਆਂ ਸਨ ਉਹ ਬੜੀਆਂ ਸੁਚੇਤ ਹੋਈਆਂ। ਦੋ ਫੇਜ਼ਸ ਨੇ ਮੁੱਖ ਤੌਰ ਤੇ। ਜਦੋਂ ਸਾਡੇ ਇਤਿਹਾਸ ਦੇ ਵਿੱਚ ਮਿਲਾਵਟ ਵੱਡੇ ਪੱਧਰ ਤੇ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੇ ਰਿਜ਼ਲਟ ਵਜੋਂ ਕਦੋਂ ਕਿੱਦਾਂ ਹੋਈ ਤਾਂ ਅਸੀਂ ਕਿੰਨੇ ਕੁ ਜ਼ਿੰਮੇਵਾਰ ਹਾਂ, ਆਪਾਂ ਇਹਦੀ ਗੱਲ ਕਰਨ ਦਾ ਯਤਨ ਕਰਨਾ ਹੈ। ਪਹਿਲੀ ਵਾਰ ਤਾਂ 1699 ਤੋਂ ਮਗਰੋਂ ਇਮੀਡੀਏਟਲੀ ਉਹ ਲੋਕ ਜਿਹੜੇ ਇਸ ਇਨਕਲਾਬ ਦੇ ਹੱਕ ਵਿੱਚ ਨਹੀਂ ਸਨ, ਇਸ ਪੰਥ ਦੀ ਚੜ੍ਹਦੀ ਕਲਾ ਦੇ ਹੱਕ ਵਿੱਚ ਨਹੀਂ ਸਨ, ਉਹਨਾਂ ਨੇ ਸਾਜ਼ਿਸ਼ ਤਹਿਤ ਕਈ ਕੁਝ ਕਰਨਾ ਸ਼ੁਰੂ ਕੀਤਾ। 1708 ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। 1710 ਚ ਬੰਦਾ ਬਹਾਦਰ ਆਪਣਾ ਰਾਜ ਕਾਇਮ ਕਰਦਾ ਤੇ 1710 ਵਿੱਚ ਸ਼ਹੀਦ ਹੋ ਜਾਂਦਾ ਹੈ ਤਸੀਹੇ ਸਹਿ ਕੇ। ਉਸ ਤੋਂ ਬਾਅਦ ਉਹਨਾਂ ਸ਼ਕਤੀਆਂ ਨੇ ਲਗਾਤਾਰ, ਅੱਜ ਬਹੁਤ ਸਾਰੇ ਸਾਡੇ ਸਰੋਤ ਗ੍ਰੰਥਾਂ ਦਾ ਹਵਾਲਾ ਦੇ ਕੇ ਆਪਸ ਵਿੱਚ ਲੜਾਈ ਪੈ ਰਹੀ ਹੈ ਕੌਮ ਦੇ ਵਿੱਚ। ਇਹ ਸਰੋਤ ਗ੍ਰੰਥ ਵੀ ਉਸੇ ਸਮੇਂ ਤੋਂ ਹੀ ਹੋਂਦ ਵਿੱਚ ਆਉਣੇ ਸ਼ੁਰੂ ਹੋਏ ਜਿਹਦੇ ਵਿੱਚ ਗੁਰਮਤਿ ਦਾ ਜਿਹੜਾ ਤੱਤ ਪ੍ਰਚਾਰ ਸੀਗਾ ਜਾਂ ਤੱਤ ਸਿਧਾਂਤ ਸੀ ਉਹਨੂੰ ਮਿਲਗੋਬਾ ਕਰਨ ਦਾ ਕੋਈ ਯਤਨ ਕੀਤਾ ਗਿਆ। ਅਸੀਂ ਆਪਣਾ ਇਤਿਹਾਸ ਸੰਭਾਲ ਨਾ ਸਕੇ। ਔਰ ਉਸ ਤੋਂ ਬਾਅਦ ਕੁਝ ਪਰੰਪਰਾਵਾਂ ਉਦਾਸੀਆਂ ਨੇ, ਨਿਰਮਲਿਆਂ ਨੇ ਸਾਡੇ ਵਿੱਚ ਪ੍ਰਚਲਿਤ ਕਰ ਦਿੱਤੀਆਂ। ਜਿਸ ਵੇਲੇ ਮੁੜ ਪੁਨਰ ਜਾਗਰਤੀ ਲਹਿਰ ਚੱਲਦੀ ਹੈ, ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ। ਤੇ ਇੱਥੇ ਇੱਕ ਗੱਲ ਮੈਂ ਆਪਣੇ ਦਰਸ਼ਕਾਂ ਨਾਲ ਬਿਨਾਂ ਝਿਜਕ ਦੇ ਸਾਂਝੀ ਕਰਨੀ ਚਾਹੁੰਦਾ ਹੈ। ਜਿਸ ਵੇਲੇ ਪੁਨਰ ਜਾਗਰਤੀ ਲਹਿਰ ਦੇ ਗੁਰਦੁਆਰਾ ਸੁਧਾਰ ਲਹਿਰ ਪੂਰਨ ਤੌਰ ਤੇ ਚੜ੍ਹਦੀ ਕਲਾ ਵਿੱਚ ਪੀਕ ਤੇ ਸੀ, ਤੇ ਉਦੋਂ ਹੀ ਗਾਵਰਕਰ ਤੇ ਸਾਵਰਕਰ RSS ਦਾ ਆਰੰਭ ਕਰਦੇ ਨੇ। ਪਹਿਲਾਂ ਆਰੀਆ ਸਮਾਜੀਆਂ ਦੇ ਤੌਰ ਤੇ ਸ਼ੁੱਧੀਕਰਨ ਕੀਤਾ ਗਿਆ, ਫਿਰ ਉਹਨਾਂ ਨੇ ਅੱਜ ਸਾਡੀਆਂ ਬਹੁਤ ਸਾਰੀਆਂ ਇਤਿਹਾਸਕ ਪ੍ਰਚਲਿਤ ਕਥਾਵਾਂ ਨੇ ਜਿਹੜੀਆਂ ਉਹ ਉਸ ਸਮੇਂ ਦੇ ਵਿੱਚ 1924-25 ਤੋਂ ਲੈ ਕੇ ਤੇ 1935-36-37 ਤੱਕ ਦੀਆਂ ਲਿਖੀਆਂ ਹੋਈਆਂ ਨੇ। ਉਸ ਤੋਂ ਪਹਿਲਾਂ ਹੈ ਹੀ ਨਹੀਂ ਸਨ। ਫਿਰ ਸਾਡੀ ਅਣਗਹਿਲੀ ਇੰਨੀ ਹੈ ਕਿ ਅਸੀਂ ਉਹਨਾਂ ਨੂੰ ਹੀ ਲੈ ਕੇ ਤੁਰ ਪੈਂਦੇ ਹਾਂ। ਜੇ ਤੁਸੀਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਤੀ, ਉਹਨਾਂ ਵੱਲੋਂ ਤੇ ਬਾਕੀ ਵਿਦਵਾਨਾਂ ਵੱਲੋਂ ਕਾਫੀ ਉਦਮ ਕੀਤਾ ਗਿਆ। ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਕਰਮ ਸਿੰਘ ਹਿਸਟੋਰੀਅਨ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਜੋਧ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਭਾਈ ਰਣਧੀਰ ਸਿੰਘ, ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਮੁਖੀ ਜਥਾ ਭਿੰਡਰਾਂ, ਇਹਨਾਂ ਵੱਲੋਂ ਵੱਖ-ਵੱਖ ਸਮੇਂ ਤੇ ਬਹੁਤ ਸਾਰੇ ਉਦਮ ਕੀਤੇ ਗਏ। ਪਰ ਜਿਹੜੇ ਉਹਨਾਂ ਦੇ ਉਦਮ ਸੀ ਉਹਨਾਂ ਨੂੰ ਵੀ ਅਸੀਂ ਪੁਰਾਤਨ ਰਵਾਇਤਾਂ ਦੇ ਨਾਲ ਖੰਡਨ ਕਰਨ ਦਾ ਯਤਨ ਕੀਤਾ। ਅਸੀਂ ਆਪਸ ਦੇ ਵਿੱਚ ਉਹਨੂੰ ਠੀਕ ਢੰਗ ਨਾਲ ਕਰ ਨਾ ਸਕੇ। ਅੱਜ ਸਾਡੀ ਹਾਲਤ ਇਹ ਹੈ ਕਿ ਮੈਂ ਬਹੁਤਾ ਪਿੱਛੇ ਵੱਲ ਨਹੀਂ ਜਾਣਾ, ਕਿਉਂਕਿ ਅੱਜ ਆਪਾਂ ਗੱਲ ਅੱਜ ਦੀ ਕਰਨੀ ਆ। ਪਿਛਲੀਆਂ ਗੱਲਾਂ ਬਹੁਤ ਵਾਰੀ ਦੁਹਰਾਈਆਂ ਜਾ ਚੁੱਕੀਆਂ। ਅੱਜ ਤੁਸੀਂ ਸਧਾਰਨ ਸਿੱਖ ਦੀ ਜਾਂ ਅਗਲੀ ਪੀੜ੍ਹੀਆਂ ਦੀ, ਸਾਡੇ ਜਿਹੜੇ ਨੌਜਵਾਨ ਨੇ, ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਣ ਦੀ ਗੱਲ ਕਰਦੇ ਹੋ। ਮੇਰੀ ਆਪਣੀ ਇਹ ਸਮੱਸਿਆ ਡਾਕਟਰ ਸਾਹਿਬ, ਅੱਜ ਮੈਂ ਆਪਣੇ ਸਾਰੇ ਦਰਸ਼ਕਾਂ ਦੇ ਸਾਹਮਣੇ ਇਹ ਸਵੀਕਾਰ ਕਰਦਾ ਹਾਂ। ਮੈਂ ਧਰਮਾਂ ਦਾ ਵਿਦਿਆਰਥੀ ਹਾਂ, ਇਤਿਹਾਸ ਦਾ ਵਿਦਿਆਰਥੀ ਹਾਂ। ਸਿੱਖ ਚੈਨਲ ਤੇ ਪਿਛਲੇ 12-13 ਸਾਲ ਤੋਂ ਆਪਣੇ ਦਰਸ਼ਕਾਂ ਦੇ ਨਾਲ ਪ੍ਰੋਗਰਾਮ ਵੱਖਰੇ ਵਿਸ਼ਿਆਂ ਤੇ ਕਰਨੇ ਹੁੰਦੇ ਹੈ। ਪਹਿਲਾਂ ਵੀ ਆਪਣੇ ਪ੍ਰੋਗਰਾਮ ਚੱਲਦੇ ਰਹੇ ਸਾਡੇ। ਜਦੋਂ ਕਿਸੇ ਖਾਸ ਵਿਸ਼ੇ ਦੇ ਉੱਤੇ ਕੋਈ ਗੱਲ ਕਰਨੀ ਹੋਵੇ ਤੇ ਸਾਨੂੰ ਘੱਟ ਤੋਂ ਘੱਟ 10 ਸੋਰਸਸ ਨੇ ਜਿਹੜੇ ਇਤਿਹਾਸਕ ਉਹ ਫਰੋਲਣੇ ਪੈਂਦੇ ਆ। ਤੇ ਉਸ ਤੋਂ ਬਾਅਦ ਵਿੱਚ ਵੀ ਫੈਸਲਾ ਕਾਮਨ ਸੈਂਸ ਨਾਲ ਹੀ ਕੀਤਾ ਜਾਂਦਾ ਹੈ ਕਿ ਇਸ ਤਰੀਕ ਨੂੰ ਹੋਇਆ ਸੀ ਤੇ ਠੀਕ ਨਹੀਂ ਹੋਣਾ, ਇਸ ਤਰ੍ਹਾਂ ਹੋ ਸਕਦਾ ਹੈ। ਮਤਲਬ ਕਿ ਸਾਡੇ ਪਾਸ ਇਤਿਹਾਸਕ ਤੌਰ ਦੇ ਉੱਤੇ ਕੁਝ ਵੀ ਨਹੀਂ ਬਚਿਆ, ਬੜੀ ਗਰੀਬੀ ਆਈ ਹੋਈ ਹੈ। ਬਹੁਤ ਵਾਰੀ ਜਦੋਂ ਬਾਹਰ ਸੰਗਤਾਂ ਵਿੱਚ ਜਾਈਦਾ, ਲੋਕ ਪੁੱਛਦੇ ਹੈ ਕਿ ਇਤਿਹਾਸ ਨੂੰ ਜਾਣਨ ਵਾਸਤੇ ਅਸੀਂ ਕਿਹੜੀ ਕਿਤਾਬ ਪੜ੍ਹੀਏ, ਜਾਂ ਜਦੋਂ ਕੋਈ ਕਿਸੇ ਗੈਰ ਸਿੱਖ ਨੂੰ ਜਾਂ ਗੈਰ ਪੰਜਾਬੀ ਨੂੰ ਇਤਿਹਾਸ ਦੀ ਕੋਈ ਕਿਤਾਬ ਅਸੀਂ ਆਪਣੇ ਵੱਲੋਂ ਪ੍ਰੈਜ਼ੈਂਟ ਕਰਨੀ ਹੁੰਦੀ ਹੈ, ਮੇਰੇ ਸਾਹਮਣੇ ਹਮੇਸ਼ਾ ਸਮੱਸਿਆ ਬਣਦੀ ਹੈ ਕਿ ਕਿਹੜੇ ਇਤਿਹਾਸ ਦੀ ਕਿਤਾਬ ਮੈਂ ਇਹਨਾਂ ਨੂੰ ਦੇਵਾਂ ਜਿਹਦੇ ਨਾਲ ਕਿ ਭਰਮ ਭੁਲੇਖੇ ਘੱਟ ਪੈਂਦੇ ਹੋਣ। ਬਹੁਤ ਵਾਰੀ ਜਾਣਬੁੱਝ ਕੇ ਸਾਜ਼ਿਸ਼ ਵੱਸ
ਸਾਡੇ ਇਤਿਹਾਸ ਦੀ ਡਿਸਟੋਰਸ਼ਨ ਕੀਤੀ ਗਈ, ਉਹਨੂੰ ਵਿਗਾੜਿਆ ਗਿਆ, ਉਹਦੇ ਵਿੱਚ ਭਰਮ ਭੁਲੇਖੇ ਪਾਏ ਗਏ, ਵਹਿਮ ਭਰਮ ਪਾਏ ਗਏ। ਜਿਨ੍ਹਾਂ ਵਹਿਮਾਂ ਭਰਮਾਂ ਤੋਂ, ਭਿੰਨ ਭੇਤਾਂ ਤੋਂ ਗੁਰੂ ਸਾਹਿਬਾਂ ਨੇ ਸਾਨੂੰ ਵਰਜਿਆ ਸੀ, ਉਹਦੇ ਨਾਲ ਸਾਨੂੰ ਦੁਆਰਾ ਜੋੜਨ ਦਾ ਯਤਨ ਕੀਤਾ ਗਿਆ। ਐਸੀਆਂ ਸਾਖੀਆਂ ਬਣਾ ਲਈਆਂ। ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਸੰਬੰਧ ਦੇ ਵਿੱਚ ਵੱਖ-ਵੱਖ ਜਨਮ ਸਾਖੀਆਂ ਹੋਂਦ ਵਿੱਚ ਆਈਆਂ। ਬੇਸ਼ੱਕ ਜਨਮ ਸਾਖੀਆਂ ਦੀ ਆਪਣੇ ਤੌਰ ਤੇ ਬਹੁਤ ਪ੍ਰਾਪਤੀ, ਬਹੁਤ ਦੇਣ ਹੈ, ਪਰ ਇੱਕ ਜਨਮ ਸਾਖੀ ਤਾਂ ਅੰਗਰੇਜ਼ਾਂ ਨੇ ਤਿਆਰ ਕਰਵਾਈ ਸੀ, ਉਹਨੂੰ ਬਲੈਤ ਵਾਲੀ ਜਨਮ ਸਾਖੀ ਕਿਹਾ ਜਾਂਦਾ ਅਜੇ ਵੀ। ਇਹੋ ਜਿਹਾ ਬਹੁਤ ਕੁਝ ਐਸਾ ਤਿਆਰ ਕੀਤਾ ਗਿਆ, ਇੱਥੋਂ ਤੱਕ ਕਿ ਅੰਗਰੇਜ਼ਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਗੁਰੂ ਤੇਗ ਬਹਾਦਰ ਨੇ ਭਵਿੱਖਬਾਣੀ ਕੀਤੀ ਸੀ ਇਹ, ਕਿ ਪੱਛਮ ਦੇਸ਼ ਵਿੱਚੋਂ ਟੋਪੀਆਂ ਵਾਲੇ ਸਿੱਖ ਆਉਣਗੇ ਜਿਹੜੇ ਪੰਜਾਬ ਦੇ ਸਿੱਖਾਂ ਦੇ ਉੱਤੇ ਰਾਜ ਕਰਨਗੇ। ਅੰਗਰੇਜ਼ਾਂ ਨੇ ਆਪਣੇ ਆਪ ਨੂੰ ਠੀਕ ਸਾਬਤ ਕਰਨ ਵਾਸਤੇ ਇਹੋ ਜਿਹਾ ਵੀ ਕੀਤਾ। ਬਹੁਤ ਕੁਝ ਐਸਾ ਹੋਇਆ, ਪਰ ਅੱਜ ਜਿਹੜੀ ਸਮੱਸਿਆ ਹੈ, ਅਸੀਂ ਵੇਖਣਾ ਇਹ ਹੈ ਕਿ ਜਿਹੜੇ ਸਾਡੇ ਸਿਧਾਂਤ ਦੇ ਵਿਰੋਧੀ ਸਨ, ਉਹਨਾਂ ਨੇ ਤਾਂ ਸਾਡਾ ਇਤਿਹਾਸ ਵਿਗਾੜਨਾ ਹੀ ਸੀ। ਅਸੀਂ ਖੁਦ ਆਪਣੇ ਇਤਿਹਾਸ ਨੂੰ ਤੇ ਆਪਣੇ ਸਿਧਾਂਤ ਨੂੰ ਵਿਗਾੜਨ ਲਈ ਕਿੰਨੇ ਕੁ ਜ਼ਿੰਮੇਵਾਰ ਹੈ, ਤੇ ਉਹ ਜਿਹੜਾ ਇਤਿਹਾਸ ਅਸੀਂ ਵਿਗਾੜ ਰਹੇ ਹਾਂ, ਉਹ ਤੋਂ ਕਿਵੇਂ ਬਚਣਾ ਹੈ? ਸ਼ਾਇਦ ਅਸੀਂ ਸ਼ਰਧਾਵਾਸੀ ਵਿਗਾੜੀ ਜਾਂਦੇ ਹਾਂ। ਦੁਸ਼ਮਣ ਜਿਹੜਾ ਵਿਰੋਧੀ ਹੈ ਸਾਡੀ ਵਿਚਾਰਧਾਰਾ ਦਾ, ਉਹ ਇੱਕ ਸਾਜ਼ਿਸ਼ ਦੇ ਤਹਿਤ ਤੇ ਸਾਡਾ ਨੁਕਸਾਨ ਕਰਦਾ ਹੈ। ਅਸੀਂ ਸ਼ਰਧਾ ਦੇ ਵਾਸੀ ਵੱਖ-ਵੱਖ ਕਿਸਮ ਦੀਆਂ ਲੈ ਕੇ, ਕਿਤੇ ਕੋਈ ਤਸਵੀਰਾਂ ਲੈ ਕੇ ਆ ਜਾਂਦੇ ਹਾਂ, ਕਿਤੇ ਕੁਝ ਲੈ ਕੇ ਆ ਜਾਂਦੇ ਹਾਂ। ਜਦੋਂ ਵੇਖਦੇ ਹਾਂ ਇਤਿਹਾਸ ਨਾਲ ਮੇਲ ਹੀ ਨਹੀਂ ਖਾਂਦੀਆਂ, ਤੇ ਅਸੀਂ ਉਹਨਾਂ ਦੇ ਮੂਹਰੇ ਦੀਵਾ ਬੱਤੀ ਵੀ ਬਾਲਣੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਅਸੀਂ ਆਪਣੇ ਵਿਗੜੇ ਹੋਏ ਇਤਿਹਾਸ ਨੂੰ ਸੁਧਾਰਨ ਵਾਸਤੇ ਯਤਨ ਨਹੀਂ ਕਰਦੇ, ਉਹਨੂੰ ਸਗੋਂ ਤੇ ਹੋਰ ਵਿਗਾੜਨ ਵਾਸਤੇ ਆਪਣੀ ਸ਼ਰਧਾ ਵਾਸੀ ਆਪਣਾ ਹਿੱਸਾ ਪਾਈ ਚਲੇ ਜਾਂਦੇ ਹਾਂ। ਅੱਜ ਅਸੀਂ ਇਸ ਕਤਾਰ ਦੇ ਕੁਝ ਇੱਕ ਨੁਕਤਿਆਂ ਤੋਂ ਆਪਣੇ ਦਰਸ਼ਕਾਂ ਦੀ ਸਾਂਝ ਪਵਾਉਣੀ ਹੈ, ਜਦੋਂ ਤੁਸੀਂ ਆਗਿਆ ਦਿਓਗੇ ਡਾਕਟਰ ਸਾਹਿਬ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਗੱਲ ਪਿਛਲੀ ਕੀਤੀ, ਪਿੱਛੋਂ ਆਰੰਭ ਕੀਤਾ ਕਿ ਅੱਜ ਤੋਂ 50-60 ਸਾਲ ਪਹਿਲਾਂ ਜਾਂ ਉਦੋਂ ਪਹਿਲਾਂ ਜੋ ਜਨਮ ਸਾਖੀਆਂ ਲਿਖੀਆਂ, ਜੋ ਇਤਿਹਾਸ ਲਿਖਿਆ ਗਿਆ, ਜੇ ਗੱਲ ਅੱਜ ਦੀ ਕਰੀਏ, ਆ ਪਿਛਲੇ 20-25 ਸਾਲਾਂ ਤੋਂ ਨਿਗਾਹ ਮਾਰ ਲਓ ਕਿ ਅੱਜ ਆਪਾਂ ਕਿੱਥੇ ਖੜੇ ਹਾਂ। ਅੱਜ ਤੋਂ ਮੈਨੂੰ ਇਹ ਯਕੀਨ ਹੈ, ਮੈਂ ਆਪ ਇਸੇ ਧਰਤੀ ਤੇ, ਇੱਥੇ ਸਾਨੂੰ 60 ਸਾਲ ਹੋ ਗਏ ਰਹਿੰਦਿਆਂ ਨੂੰ, ਇੰਡੀਆ ਤੋਂ ਵੀ ਆਇਆ, ਤੇ ਜਿਹੜੇ ਅੱਜ ਕੱਲ੍ਹ ਅਸੀਂ ਸੰਸਕਾਰ, ਸੋ-ਕਾਲ ਸੰਸਕਾਰ ਕਰ ਰਹੇ ਹਾਂ, ਉਹ ਅੱਜ ਤੋਂ 25-30-40 ਸਾਲ ਪਹਿਲਾਂ ਨਹੀਂ ਕਰਦੇ ਸੀ। ਅੱਜ ਆ ਜੋ ਥਾਂ ਥਾਂ ਗੁੱਗੇ ਪੂਜੇ ਜਾਂਦੇ ਨੇ, ਕਬਰਾਂ ਦੀ ਪੁਜਾਰੀ ਹੁੰਦੀ ਹੈ, ਮੱਥੇ ਟੇਕੇ ਜਾਂਦੇ ਨੇ, ਇਹ ਉਦੋਂ ਨਹੀਂ ਸੀ। ਅੱਜ ਭਰਮਾਰ ਹੈ, ਤੇ ਅਸੀਂ ਗੁਰੂ ਘਰ ਨੂੰ ਛੱਡ ਕੇ, ਤੇ ਥੋੜ੍ਹੀ ਜਿਹੀ ਭਾਈ ਸਾਹਿਬ ਜੀ ਆਪਾਂ ਜਿਹੜੀ ਗੱਲ ਕਰਨੀ ਹੈ, ਜਿਹੜੇ ਸਾਡੇ ਪ੍ਰਚਲਿਤ ਵੋਕੈਬਲਰੀ ਦੇ ਲਫ਼ਜ਼ ਨੇ, ਕੁਝ ਉਹ ਹੀ ਬਦਲੇ ਜਾ ਰਹੇ ਨੇ, ਕਿਉਂਕਿ ਉਹ ਅਣਜਾਣੇ ਨੇ। ਇਹ ਨਹੀਂ ਕਿ ਜਾਣ ਕੇ, ਅਸੀਂ ਸੋਚਦੇ ਵੀ ਨਹੀਂ। ਕਈ ਹੁਣ ਅਵਤਾਰ ਪੁਰਬ ਕਹਿੰਦੇ, ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ, ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ, ਇਹ ਆਮ ਵਰਤੇ ਜਾਂਦਾ ਹੈ। ਇਹਦੇ ਬਾਰੇ ਦੱਸੋ, ਇਹ ਕੀ ਸੱਚ ਹੈ? ਹਾਂ, ਦਰਅਸਲ ਗੁਰੂ ਨਾਨਕ ਸਾਹਿਬ ਨੇ ਜਿਸ ਵੇਲੇ ਬ੍ਰਾਹਮਣਵਾਦ ਦੇ ਉੱਤੇ ਪੂਰੀ ਸੱਟ ਮਾਰੀ ਸੀ ਨਾ, ਤੇ ਜਿਵੇਂ ਬ੍ਰਾਹਮਣ ਨੇ ਬੁੱਧ ਨੂੰ ਉਹਦਾ ਵਿਸ਼ਨੂੰ ਦਾ ਅਵਤਾਰ ਦੱਸ ਦਿੱਤਾ, ਉਸੇ ਤਰ੍ਹਾਂ ਹੀ ਹੌਲੀ ਹੌਲੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਦਾ ਅਵਤਾਰ ਦੱਸਣ ਦਾ ਯਤਨ ਕੀਤਾ ਹੈ। ਗੁਰ ਅਵਤਾਰ ਦਾ ਲਫ਼ਜ਼ ਹੈ, ਸੰਸਕ੍ਰਿਤ ਦਾ ਸ਼ਬਦ ਹੈ ਅਵਤਰ, ਅਵਤਰਿਆ। ਅਵਤਰਿਆ ਹੁੰਦਾ, ਅਵਤਰਿਆ, ਆਇਆ ਤੇ ਗਿਆ। ਉਹ ਜੀਵ ਜਿਹੜਾ ਜਨਮ ਮਰਨ ਦੇ ਵਿੱਚ ਹੈ। ਹਿੰਦੂ ਵਿਸ਼ਵਾਸ ਇਹ ਕਹਿੰਦਾ ਹੈ ਕਿ ਵਿਸ਼ਨੂੰ ਵਾਰ-ਵਾਰ ਜਨਮ ਲੈਂਦਾ ਹੈ, ਵਾਰ-ਵਾਰ ਅਵਤਾਰ ਧਾਰਨ ਕਰਦਾ ਹੈ। ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਤੁਸੀਂ ਕੀਤੀ ਹੈ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਸਭ ਤੋਂ ਵੱਡੀ ਗਵਾਹੀ ਭਾਈ ਗੁਰਦਾਸ ਜੀ ਦੀ ਹੈ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਪ੍ਰਗਟਿਆ ਸ਼ਬਦ ਵਰਤਦੇ ਨੇ, ਪ੍ਰਗਟਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੋਤ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਇੱਕ ਸਰੀਰ ਧਾਰਨ ਕਰਕੇ ਮਹਿਤਾ ਕਲਿਆਣ ਦਾਸ
ਤੇ ਮਾਤਾ ਤ੍ਰਿਪਤਾ ਜੀ ਦੇ ਘਰ ਦੇ ਵਿੱਚ ਇੱਕ ਸਰੀਰ ਰਾਹੀਂ ਜਨਮ ਲਿਆ ਉਹਨਾਂ ਨੇ, ਸਧਾਰਨ ਲੋਕਾਂ ਦੀ ਤਰ੍ਹਾਂ ਉਸੇ ਤਰੀਕੇ ਦੇ ਨਾਲ। ਪਰ ਉਸ ਸਰੀਰ ਦੇ ਵਿੱਚ ਇੱਕ ਸ਼ਬਦ ਰੂਪੀ ਜੋਤ ਦਾ ਪ੍ਰਕਾਸ਼ ਹੁੰਦਾ ਇਸ ਧਰਤੀ ਦੇ ਉੱਤੇ, ਜਿਹਨੂੰ ਭਾਈ ਗੁਰਦਾਸ ਜੀ ਪ੍ਰਗਟ ਹੋਣਾ ਕਹਿੰਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ। ਔਰ ਇਹਦਾ ਹੀ ਹਵਾਲਾ ਹੈ ਕਿ ਸਾਰੇ ਗੁਰੂ ਗ੍ਰੰਥ ਸਾਹਿਬ 6 ਗੁਰੂ ਸਾਹਿਬਾਂ ਦੀ ਬਾਣੀ ਹੈ, ਤੇ ਉੱਥੇ ਗੁਰੂ ਸਾਹਿਬਾਂ ਦੇ ਨਾਂ ਨਹੀਂ ਲਿਖੇ ਗਏ। ਮਹਿਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਮਹਿਲਾ ਨੌਵਾਂ ਸ਼ਬਦ ਵਰਤਿਆ ਗਿਆ। ਮਹਿਲੇ ਦਾ ਅਰਥ ਹੁੰਦਾ ਸਰੀਰ। ਜੋਤ ਉਹੀ ਹੈ, ਜੋਤ 오ਹਾ ਜੁਗਤ ਸਾਏ, ਸ਼ੈ ਕਾਇਆ ਫੇਰ ਪਲਟੀਏ। ਸਰੀਰ ਬਦਲਿਆ ਗਿਆ, ਬਦਲਦਾ ਹੈ। ਅਵਤਾਰ ਦੇ ਸੰਬੰਧ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਹੜਾ ਅਵਤਾਰ ਹੈ ਉਹਨੂੰ ਦੁਨੀਆ ਬਾਰੇ ਕੁਝ ਨਹੀਂ ਪਤਾ, ਅਕਾਲ ਪੁਰਖ ਬਾਰੇ ਕੁਝ ਨਹੀਂ ਪਤਾ, ਕਿਉਂਕਿ ਉਹ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ ਉਹ ਬੇਅੰਤ ਹੈ। ਤੇ ਅਸੀਂ ਇਹ ਮੰਨਦੇ ਹਾਂ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਆਪ ਹੀ ਅਕਾਲ ਰੂਪ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਅਕਾਲ ਪੁਰਖ ਦੀ ਜੋਤ ਇੱਕ ਸਰੀਰ ਰਾਹੀਂ ਇਸ ਧਰਤੀ ਦੇ ਉੱਤੇ ਪ੍ਰਗਟ ਹੋਈ, ਕਿਉਂਕਿ ਉਸ ਜੋਤ ਨੂੰ ਇੱਕ ਸਰੀਰ ਚਾਹੀਦਾ ਹੈ, ਇੱਕ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ। ਫਿਰ ਉਹਨੇ ਮਨੁੱਖਾਂ ਵਿੱਚ ਰਹਿ ਕੇ ਮਨੁੱਖਾਂ ਵਾਂਗੂ ਹੀ ਉਹਦੀ ਅਗਵਾਈ ਕਰਨੀ ਹੈ। ਅੱਜ ਜਦੋਂ ਅਸੀਂ ਬਾਰ-ਬਾਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਉਂਦਾ ਨਾ, ਤੇ ਅਸੀਂ ਉੱਥੇ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਦਾ ਇੰਨੇ 100 ਸਾਲਾ ਅਵਤਾਰ ਦਿਹਾੜਾ ਮਨਾਉਂਦੇ ਹਾਂ ਅਸੀਂ ਸਤਿਗੁਰਾਂ ਦੇ। ਭਾਈ, ਸਤਿਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਨਹੀਂ ਮਨਾਇਆ ਜਾ ਸਕਦਾ। ਅਵਤਾਰ ਦਿਹਾੜੇ ਦੇਵੀ ਦੇਵਤਿਆਂ ਦੇ ਮਨਾਏ ਜਾਂਦੇ ਹੈ, ਉਹਨਾਂ ਦਾ ਪ੍ਰਗਟ ਦਿਹਾੜਾ ਹੈ ਜਾਂ ਪ੍ਰਕਾਸ਼ ਦਿਹਾੜਾ ਹੈ। ਜਦੋਂ ਤੁਸੀਂ ਵੇਖਦੇ ਹੋ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ਤਿਹਾਰ ਹੋਣ ਜਾਂ ਹੋਰ ਜਿਹੜੇ ਸਿਆਣੇ ਇੰਸਟੀਚਿਊਟ ਨੇ, ਸਾਡੇ ਗੁਰਦੁਆਰਾ ਸਾਹਿਬਾਨ ਨੇ, ਸਿੰਘ ਸਭਾਵਾਂ ਨੇ, ਸਾਡੀਆਂ ਸੰਪਰਦਾਵਾਂ ਨੇ, ਉਹ ਵੀ ਅਵਤਾਰ ਧਾਰਨ ਨਹੀਂ ਕਹਿੰਦੇ, ਉਹ ਵੀ ਪ੍ਰਕਾਸ਼ ਦਿਹਾੜਾ ਕਹਿੰਦੇ ਨੇ ਜਾਂ ਪ੍ਰਗਟ ਦਿਹਾੜਾ ਕਹਿੰਦੇ ਨੇ। ਪਰ ਅਸੀਂ ਸਮਝਦੇ ਹਾਂ ਕਿ ਸ਼ਾਇਦ ਅਵਤਾਰ ਆ ਜਿਹੜਾ ਉਹ ਜਗਤ ਗੁਰੂ ਤੋਂ ਵੱਡਾ ਹੁੰਦਾ ਹੈ। ਸਾਨੂੰ ਲੱਗਦਾ ਹੈ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਨਾ ਕਿਹਾ ਤੇ ਸ਼ਾਇਦ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਨਹੀਂ ਹੋ ਸਕਣਾ। ਪਰ ਸਿਧਾਂਤਕ ਤੌਰ ਤੇ ਇਹ ਗੱਲ ਅਸੀਂ ਭੁੱਲ ਜਾਂਦੇ ਹਾਂ, ਇਹ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਜਿਹੜਾ ਵਿਰੋਧੀ ਬੈਠਾ ਹੈ, ਜਿਹਦੀ ਸੋਚ ਤਾਂ ਜਿਹਦੀ ਰੋਟੀ ਦੇ ਉੱਤੇ ਜਾਂ ਜਿਹਦਾ ਸਾਰਾ ਭਰਮ ਭੁਲੇਖੇ ਦੇ ਉੱਤੇ ਸੱਟ ਵੱਜਦੀ ਹੈ, ਉਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਆਪਣੇ ਵਰਗੇ ਪਲੇਟਫਾਰਮ ਤੇ ਲੈ ਕੇ ਆਉਣ ਵਾਸਤੇ ਇਹ ਗੱਲ ਪ੍ਰਚਲਿਤ ਕੀਤੀ ਸੀ। ਬੇਸ਼ੱਕ ਪੁਨਰ ਜਾਗਰਤੀ ਲਹਿਰ 'ਚ ਲੋਕਾਂ ਨੂੰ ਗਿਆਨ ਹੋਇਆ ਤੇ ਉਹਨਾਂ ਨੇ ਇਹਨੂੰ ਵਰਤਣਾ ਬੰਦ ਕਰ ਦਿੱਤਾ ਹੈ, ਪਰ ਅੱਜ ਵੀ ਬਹੁਤ ਥਾਵਾਂ ਤੇ ਅਸੀਂ ਸ਼ਰਧਾ ਵਾਸੀ ਗੁਰੂ ਸਾਹਿਬਾਂ ਦੇ ਅਵਤਾਰ ਦਿਹਾੜੇ ਮਨਾਈ ਜਾਂਦੇ ਹਾਂ। ਪ੍ਰਕਾਸ਼ ਦਿਹਾੜਾ ਸਿਰਫ ਗੁਰੂ ਨਾਨਕ ਸਾਹਿਬ ਦਾ ਹੈ, ਬਾਕੀ ਤਾਂ ਗੁਰਗੱਦੀ ਦਿਹਾੜੇ ਨੇ। ਜਿਸ ਵੇਲੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਭਾਈ ਲਹਿਣਾ ਜੀ ਸਨ, ਉਸ ਵੇਲੇ ਸਰੀਰ ਦੇ ਵਿੱਚ 1532 ਤੋਂ ਪਹਿਲਾਂ, ਤੇ ਭਾਈ ਲਹਿਣਾ ਜੀ ਤਾਂ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੁੰਦੇ ਸਨ। 1532 ਨੂੰ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ ਨਾ ਉਹ, ਤੇ 7 ਸਾਲ ਦੇ ਵਿੱਚ ਹੀ ਜੀਵਨ ਪਲਟ ਗਿਆ, ਤੇ 1539 ਚ ਗੁਰੂ ਅੰਗਦ ਸਾਹਿਬ ਬਣ ਗਏ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦਾ ਵੀ ਇਹ ਜੀਵਨ ਸੀਗਾ। ਮਤਲਬ ਕਿ ਗੁਰੂ ਨਾਨਕ ਦੀ ਜੋਤ 1469 ਨੂੰ ਇਸ ਸੰਸਾਰ ਦੇ ਵਿੱਚ ਪ੍ਰਗਟੀ, ਉਹਦਾ ਪ੍ਰਕਾਸ਼ ਹੋਇਆ ਹੈ, ਉਹਦਾ ਚਾਨਣ ਹੋਇਆ ਸਾਰੇ ਪਾਸੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਸਤੇ। ਇਸੇ ਕਰਕੇ ਸਾਨੂੰ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦੀ ਜ਼ਰੂਰਤ ਹੈ। ਅਵਤਾਰ ਦਿਹਾੜੇ ਕਹਿਣਾ ਇਹ ਗੁਰੂ ਸਾਹਿਬ ਦਾ ਸਿਧਾਂਤ ਤੇ ਉਹਨਾਂ ਦਾ ਜਿਹੜਾ ਸਤਿਕਾਰ ਹੈ ਉਹਦਾ ਨਿਰਾਦਰ ਹੈ। ਹਾਂਜੀ, ਕਾਬਲੀ ਹੈ ਇਹ। ਮੈਂ ਸਮਝਾਂਗਾ ਜਿਆਦਾ ਬਹੁਤ ਤਾਤ ਕਰਕੇ ਅਣਜਾਣਪੁਣੇ ਕਰਕੇ ਅਸੀਂ ਬੋਲ ਦਿੰਦੇ ਹਾਂ, ਪਰ ਇਹ ਸੁਚੇਤ ਹੋਣਾ ਪੈਣਾ ਹੈ ਸਾਨੂੰ। ਸ਼ਬਦਾਵਲੀ ਕੀ ਹੈ? ਭਾਈ ਸਾਹਿਬ ਨੇ ਸੁਖਮਨੀ ਸਾਹਿਬ ਜੀ ਦਾ ਐਗਜ਼ਾਮਪਲ ਦਿੱਤੀ ਹੈ। ਸੁਖਮਨੀ ਸਾਹਿਬ ਵਿੱਚ ਹੀ ਆਉਂਦੇ ਨੇ, ਸੰਤ ਸਰਨ ਜੋ ਜਨ ਪਰੇ ਸੋਜਨ ਉਦਨਹਾਰ, ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ। ਵਾਰੀ ਵਾਰੀ ਅਵਤਾਰ ਮਰਦੇ ਜੀਂਦੇ ਜੀਂਦੇ, ਪਰ ਗੁਰੂ ਸਾਹਿਬ ਜੀ ਸਤਿਗੁਰੂ ਨਾਨਕ ਪ੍ਰਗਟਿਆ ਤਹੀਂ ਪ੍ਰਕਾਸ਼ ਹਮਾਰਾ ਪਇਓ। ਇੱਕ ਮਿੰਟ ਡਾਕਟਰ ਸਾਹਿਬ, ਇੱਥੇ ਸੰਤ ਦਾ ਮਤਲਬ ਗੁਰੂ ਹੈ ਵੀ ਜਿਹੜਾ ਗੁਰੂ ਦੀ ਨਿੰਦਿਆ ਕਰਨ ਵਾਲਾ ਹੈ ਉਹ ਮੁੜ ਮੁੜ ਕੇ ਜੰਮਦਾ ਮਰਦਾ ਹੈ, ਮੁੜ ਮੁੜ ਕੇ ਅਵਤਾਰ ਲੈਂਦਾ ਹੈ। ਇਸ ਕਰਕੇ ਜਿਹੜਾ ਮੁੜ ਮੁੜ ਕੇ ਜੰਮਦਾ, ਜਨਮ ਮਰਨ ਦੇ ਚੱਕਰ ਦੇ ਵਿੱਚ ਫਸਿਆ ਹੋਇਆ ਮਨੁੱਖ ਹੈ, ਉਹਨੂੰ ਅਸੀਂ ਅਵਤਾਰ ਲੈਣਾ ਕਹਿੰਦੇ ਹਾਂ। ਸਤਿਗੁਰੂ
ਨਹੀਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਤਿਗੁਰੂ ਨਹੀਂ ਜੰਮਦਾ ਮਰਦਾ, ਸਤਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ ਹੈ। ਇਸ ਕਰਕੇ ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਆ, ਹੁਣ ਜਿਹੜੀ ਸੁਖਮਨੀ ਸਾਹਿਬ ਦੀ ਉਦਾਹਰਨ ਡਾਕਟਰ ਸਾਹਿਬ ਨੇ ਦਿੱਤੀ ਹੈ ਵੀ ਜਿਹੜੇ ਲੋਕ ਨਿੰਦਿਆ ਕਰਨ ਵਾਲੇ ਨੇ ਗੁਰੂ ਦੀ, ਉਹਨਾਂ ਨੂੰ ਵਾਰ-ਵਾਰ ਇਸ ਸੰਸਾਰ ਦੇ ਉੱਤੇ ਜੰਮਣਾ ਮਰਨਾ ਪੈਂਦਾ ਉਦੋਂ ਤੱਕ ਜਦੋਂ ਤੱਕ ਉਹ ਆਪਣੀ ਸੋਚ ਨਹੀਂ ਬਦਲ ਲੈਂਦੇ ਤੇ ਮੁੜ-ਮੁੜ ਜੰਮਣ ਮਰਨ ਨੂੰ ਅਵਤਾਰ ਆਖਿਆ। ਤੇ ਅਸੀਂ ਗੁਰੂ ਸਾਹਿਬਾਂ ਦੇ ਨਾਲ ਜੋੜ ਕੇ ਨਿਰਾਦਰ ਕਰੀ ਚਲੇ ਜਾਂਦੇ ਹਾਂ। ਹਾਂਜੀ ਡਾਕਟਰ ਸਾਹਿਬ, ਮੈਨੂੰ ਖਿਮਾ ਕਰਿਓ। ਸੋ ਸਾਨੂੰ ਬੜੇ ਸੁਚੇਤ ਹੋ ਕੇ ਥੋੜਾ ਜਿਹਾ ਵਿਚਾਰ ਕਰ ਲਿਆ ਕਰੋ ਕਿ ਕਿਹੜੀ ਸ਼ਬਦਾਵਲੀ ਕਿੱਥੇ ਵਰਤਦੇ ਆ। ਇਹ ਚੇਤਾ ਰੱਖਿਆ ਕਰੋ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ, ਉਹ ਗੁਰੂ ਸਾਹਿਬਾਂ ਤੋਂ ਵੱਡਾ ਹੈ। ਉਹ ਦੇਵੀ ਦੇਵਤਿਆਂ ਵਰਗਾ ਨਹੀਂ। ਤਾਂ ਭਾਈ ਸਾਹਿਬ ਦੀ ਗਵਾਹੀ ਦੇ ਦਿੱਤੀ ਆ, ਭਾਈ ਗੁਰਦਾਸ ਜੀ ਨੇ, ਸਤਿਗੁਰੂ ਨਾਨਕ ਪ੍ਰਗਟਿਆ। 10ਵੇਂ ਪਾਤਸ਼ਾਹ ਜੀ ਕਹਿੰਦੇ ਤਹੀਂ ਪ੍ਰਕਾਸ਼ ਹਮਾਰਾ ਪਇਓ। ਪ੍ਰਕਾਸ਼ ਜਾਂ ਪ੍ਰਗਟ ਭਾਵ ਉਹ ਹੈ, ਉਹ ਸਾਨੂੰ ਦਿਸਦਾ ਨਹੀਂ। ਤੇ ਜਦੋਂ ਸਿਰ ਸੱਚੇ ਪਾਤਸ਼ਾਹ ਬਖਸ਼ ਕਰਦੇ ਉਹ ਪ੍ਰਗਟ ਹੋ ਜਾਂਦੇ ਨੇ ਨਿਤਾਰੂ। ਸੋ ਇਹ ਸ਼ਬਦਾਵਲੀ ਆਪਾਂ ਨੂੰ, ਇਹ ਮੈਂ ਕਿਉਂ ਇਹ ਕਰ ਰਿਹਾ, ਕਿਉਂਕਿ ਇਹ ਸ਼ਬਦਾਵਲੀ ਆਮ ਵਰਤੀ ਜਾਂਦੀ ਗੁਰੂ ਘਰਾਂ ਦੇ ਵਿੱਚ ਵੀ। ਜਦੋਂ ਮਿਲਦੇ ਆ ਗੁਰਪੁਰਬ ਜੀ, ਅਵਤਾਰ ਪੁਰਬ ਆਇਆ ਨਹੀਂ, ਥੋੜਾ ਸੁਚੇਤ ਹੋ ਕੇ। ਤੇ ਭਾਈ ਸਾਹਿਬ ਜੀ, ਜੇ ਬਰੋਡਲੀ ਤੁਸੀਂ ਗੱਲ ਕਰੋ ਕਿ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਸੋ ਕੋਲ ਬੁੱਧੀਜੀਵੀ, ਉਹ ਜਿਹੜੇ ਇਤਿਹਾਸ ਨੂੰ ਵਿਗਾੜ ਰਹੇ ਨੇ, ਕੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਕਿੱਥੇ ਜਾ ਕੇ ਰੁਕਾਂਗੇ? ਕੋਈ ਹੈ ਚਾਰਾ ਉਹਨਾਂ ਨੂੰ ਸਮਝਾਉਣ ਦਾ, ਜਾਂ ਬਸ ਆਹ ਕੁਝ ਚੱਲੀ ਜਾਓ? ਡਾਕਟਰ ਸਾਹਿਬ, ਇੱਥੇ ਜਦੋਂ ਸ਼ਬਦ ਤੁਸੀਂ ਬੁੱਧੀਜੀਵੀ ਵਰਤਦੇ ਹੋ ਨਾ, ਮੈਨੂੰ ਥੋੜਾ ਜਿਹਾ ਇਹਦੇ ਨਾਲ ਮੈਂ ਪੂਰਨ ਤੌਰ ਤੇ ਸਹਿਮਤ ਨਹੀਂ ਹਾਂ। ਇਤਿਹਾਸ ਦੀ ਨਵੀਂ ਤੋਂ ਨਵੀਂ ਖੋਜ ਕਰਨੀ ਇਤਿਹਾਸਕਾਰ ਦੀ ਡਿਊਟੀ ਹੈ। ਔਰ ਜਦੋਂ ਖਾਸ ਕਰਕੇ ਸਾਡੇ ਕੋਲ ਕੋਈ ਇੱਕ ਕਿਸਮ ਦਾ ਤੱਥ ਤਹਿਤ ਇਤਿਹਾਸ ਨਾ ਹੋਵੇ ਉਸ ਵੇਲੇ, ਪਰ ਹੁੰਦਾ ਇਹ ਹੈ ਕਿ ਅਸੀਂ ਆਪਣੀ ਵਿਦਵਤਾ ਜ਼ਾਹਰ ਕਰਨ ਵਾਸਤੇ ਕੋਈ ਨਵਾਂ ਹੀ ਸ਼ੂ ਮੰਤਰ ਛੱਡ ਦਿੰਦੇ ਹਾਂ। ਮਤਲਬ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਕੁਝ ਆ ਰਿਹਾ ਹੈ, ਜਿਹੜੇ ਸਾਡੇ ਸੱਜਣ ਮਿੱਤਰ ਸ਼ੇਅਰ ਕਰਦੇ ਨੇ, ਵੀ ਉਹ ਦੇਖ ਕੇ ਸੁਣ ਕੇ ਮਤਲਬ ਮੱਥੇ ਤੇ ਹੱਥ ਮਾਰੀਦਾ ਹੈ ਕਿ ਕੀ ਹੋ ਗਿਆ, ਸਾਨੂੰ ਕਿਹੜੇ ਚੱਕਰਾਂ 'ਚ ਪੈ ਗਏ। ਤੇ ਇੱਕ ਤੇ ਨੇ ਇਤਿਹਾਸਕਾਰ ਸਾਡੇ ਕੁਝ ਲੋਕ ਤਾਂ ਮਿਹਨਤ ਕਰਕੇ, ਹੁਣ ਜਿੰਨੀ ਮਿਹਨਤ ਡਾਕਟਰ ਗੰਡਾ ਸਿੰਘ ਨੇ ਪਿਛਲੇ ਸਮੇਂ 'ਚ ਕੀਤੀ ਹੈ ਇਤਿਹਾਸ ਦੇ ਸੰਬੰਧ ਵਿੱਚ, ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਬਾਰੇ ਜਹਾਂਗੀਰ ਨੇ ਆਪਣੀ ਡਾਇਰੀ ਦੇ ਵਿੱਚ ਵੀ ਹਵਾਲੇ ਦਿੱਤੇ ਨੇ, ਤੁਝ ਕੇ ਜਹਾਂਗੀਰ 'ਚ। ਉਹ ਆਪ ਕਹਿ ਰਿਹਾ, ਜਹਾਂਗੀਰ ਆਪਣੇ ਹੱਥੀਂ ਲਿਖਦਾ ਹੈ ਕਿ ਮੈਨੂੰ ਯਾਸਾ ਤੇ ਸਿਆਸਤ ਦੇ ਕਾਨੂੰਨ ਤਹਿਤ ਕਤਲ ਕਰਨ ਦਾ ਹੁਕਮ ਦਿੱਤਾ ਹੈ। ਜੇ ਕਿਤੇ ਉਹਨਾਂ ਇਤਿਹਾਸਕਾਰਾਂ ਨੇ ਇਹ ਖੋਜ ਨਾ ਕੀਤੀ ਹੁੰਦੀ ਤੇ ਇਹ ਗੱਲ ਸਾਡੇ ਸਾਹਮਣੇ ਹੀ ਨਹੀਂ ਆਉਣੀ ਸੀ। ਇਸੇ ਤਰੀਕੇ ਨਾਲ ਪਿਛਲੇ ਅਰਬੀ ਤੇ ਫਾਰਸੀ ਦੇ ਬਹੁਤ ਸਾਰੇ ਐਸੇ ਸਰੋਤ ਨੇ, ਹੁਣ ਸਾਡੇ ਸ਼ਾਇਦ ਦਰਸ਼ਕਾਂ ਨੂੰ ਤਾਂ ਨਹੀਂ ਪਤਾ ਹੋਣਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਰੈਕੋਰਡ ਆ, ਉਹਦੀਆਂ ਕਈ 100 ਗੰਢਾਂ ਇਸ ਵੇਲੇ ਪੰਜਾਬ ਸਰਕਾਰ ਦੇ ਕਬਜ਼ੇ ਵਿੱਚ ਹੈ, ਜਿਹੜੀਆਂ ਸਾਰੀਆਂ ਫਾਰਸੀ ਵਿੱਚ ਲਿਖਿਆ ਹੋਇਆ ਇਤਿਹਾਸ ਆ ਸਾਡਾ ਉਹ। ਔਰ ਉਹਦੀ ਕਦੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਉਹਦੀ ਗੱਲ ਕਰਨੀ। ਜਦੋਂ ਕੋਈ ਇਤਿਹਾਸਕਾਰ ਇਹੋ ਜਿਹਾ ਜਿਹੜੇ ਪੁਰਾਣੇ ਸਰੋਤ ਨੇ ਜਾਂ ਹਵਾਲੇ ਹੈ, ਉਹਨਾਂ ਦੀ ਰਿਸਰਚ ਕਰਦੇ ਨੇ, ਉਹਨਾਂ ਦੀ ਖੋਜ ਕਰਕੇ ਸਾਡੇ ਸਾਹਮਣੇ ਲਿਆਉਂਦੇ ਨੇ, ਉਹ ਯੋਗ ਹੈ, ਸਾਡੇ ਸਾਹਮਣੇ ਗੱਲ ਆਉਣੀ ਚਾਹੀਦੀ ਹੈ। ਪਰ ਜਦੋਂ ਅਸੀਂ ਸਿਰਫ ਪਹਿਲੀ ਗੱਲ ਨੂੰ ਕੱਟ ਕਰਕੇ ਤੇ ਆਪਣੇ ਆਪ ਨੂੰ ਇਤਿਹਾਸਕਾਰ ਸਾਬਤ ਕਰਨ ਵਾਸਤੇ ਅਸੀਂ ਨਵੇਂ ਤੋਂ ਨਵੇਂ ਮਤਲਬ ਢੁੱਚਰਾਂ ਡਾਹੁੰਦੇ ਹਾਂ, ਤੇ ਉਸ ਵੇਲੇ ਸਮੱਸਿਆ ਬਣਦੀ ਹੈ। ਅੱਜ ਮੈਂ ਹੈਰਾਨ ਹਾਂ ਡਾਕਟਰ ਸਾਹਿਬ, ਮੈਂ ਤੁਹਾਡੀ ਆਗਿਆ ਨਾਲ ਇਹ ਗੱਲ ਸ਼ੇਅਰ ਕਰਨ ਲੱਗਾ ਵੀ ਕੈਨੇਡਾ ਤੋਂ ਇੱਕ ਆਰਟਿਸਟ ਹੈ, ਤੁਸੀਂ ਵੀ ਉਹਨਾਂ ਦੀਆਂ ਪਿਕਚਰਾਂ ਤਸਵੀਰਾਂ ਵੇਖੀਆਂ, ਵਿੱਚ ਆਮ ਤਸਵੀਰਾਂ ਲੱਗੀਆਂ ਹੋਈਆਂ। ਇੱਕ ਆ ਤਸਵੀਰ, ਇਹ artofpunjab.com ਤੇ ਤੁਸੀਂ ਜਾਓ ਤਾਂ ਤੁਸੀਂ ਵੇਖ ਸਕਦੇ ਹੋ। ਆ ਜਿਹੜੀ ਤਸਵੀਰ ਸਕਰੀਨ ਤੇ ਵਿਖਾਈ ਹੈ, ਮੈਂ ਆ ਗਈ ਸਕਰੀਨ ਤੇ ਤਸਵੀਰ, ਮੈਂ ਹੁਣ ਇਹਦੀ ਗੱਲ ਕਰਦਾ ਹਾਂ। ਇਹਦੇ ਨਾਲ ਜਿਹੜੀ ਉਹਨੇ ਡਿਸਕ੍ਰਿਪਸ਼ਨ ਦਿੱਤੀ ਹੈ ਨਾ ਇਸ ਤਸਵੀਰ ਦੀ, ਉਹ ਲਿਖਦਾ ਹੈ ਗੁਰੂ ਅਰਜਨ ਦੇਵ ਜੀ, ਵਰਥ ਆਫ ਆਦਿ ਗ੍ਰੰਥ। ਇਹ ਸ਼ਖਸ ਨੇ, ਕੰਵਰ ਸਿੰਘ ਜਿਹੜਾ ਆਰਟਿਸਟ ਹੈ, ਕੈਨੇਡਾ ਦੇ ਵਿੱਚ ਰਹਿੰਦਾ, ਅੰਮ੍ਰਿਤਸਰ ਦਾ ਜੰਮਿਆ ਹੋਇਆ, ਇਸ ਬੰਦੇ ਦੀਆਂ ਬਣਾਈਆਂ ਹੋਈਆਂ ਇਹ ਪੇਂਟਿੰਗਸ ਹੈ। ਔਰ ਇਹ ਜਿਹੜੀ ਪੇਂਟਿੰਗ ਹੈ ਜਿਹੜੀ ਦਿਖਾਈ ਹੈ, ਇੱਕ ਵਾਰੀ ਦੁਬਾਰਾ ਦਿਖਾਓ ਜੀ, ਮੈਂ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ ਜਰਾ। ਇਤਿਹਾਸਕ ਤੌਰ ਤੇ ਸਰਾਸਰ ਗਲਤ ਇਹ ਪੇਂਟਿੰਗ ਹੈ। ਇਹ ਪੇਂਟਿੰਗ ਦਿਖਾ ਰਿਹਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ
ਭਾਈ ਗੁਰਦਾਸ ਪਾਸੋਂ ਸੱਚਖੰਡ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਲਿਖਾ ਰਹੇ ਨੇ। ਜੀ ਉਹ ਪਿੱਛੇ ਹਰਮੰਦਰ ਸਾਹਿਬ ਦਿਖਾਈ ਦੇ ਰਿਹਾ, ਸਰੋਵਰ ਹੈ, ਸਰੋਵਰ ਦੇ ਕੰਢੇ ਤੇ ਬੈਠ ਕੇ ਉਹ ਉਹਦੀ ਲਿਖਾਈ ਕਰਵਾ ਰਹੇ ਨੇ। ਜਦ ਕਿ ਸੱਚ ਇਹ ਹੈ, ਜਿਸ ਵੇਲੇ ਆਦਿ ਬੀੜ ਦੀ ਲਿਖਾਈ ਕਰਵਾਈ ਗਈ ਸੀ ਉਸ ਵੇਲੇ ਤਾਂ ਹਰਮੰਦਰ ਸਾਹਿਬ ਦੀ ਇਮਾਰਤ ਹਾਲੇ ਕੰਪਲੀਟ ਹੀ ਨਹੀਂ ਹੋਈ ਸੀ। 1604 ਦੇ ਵਿੱਚ ਕੰਪਲੀਟ ਹੁੰਦੀ ਹੈ ਤੇ 1601 ਈਸਵੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਤੋਂ ਬਾਹਰ, ਜਿੱਥੇ ਅੱਜ ਗੁਰਦੁਆਰਾ ਸ਼ਹੀਦਾਂ ਹੈ, ਉਹਦੇ ਲਾਗੇ ਗੁਰੂ ਗ੍ਰੰਥ ਸਾਹਿਬ ਭਵਨ ਹੈ ਤੇ ਗੁਰਦੁਆਰਾ ਰਾਮਸਰ ਸਾਹਿਬ ਹੈ। ਰਾਮਸਰ ਸਥਾਨ ਦੇ ਉੱਤੇ ਇਕਾਂਤ ਦੇ ਵਿੱਚ ਉੱਥੇ ਸਥਾਨ ਬਣਾਉਂਦੇ ਨੇ, ਜਿਹੜਾ ਕਿ ਅੰਮ੍ਰਿਤਸਰ ਹਰਮੰਦਰ ਸਾਹਿਬ ਤੋਂ ਤਕਰੀਬਨ 2-2.5 ਮੀਲ ਦੂਰ ਹੈ। ਉੱਥੇ ਬੈਠ ਕੇ ਉਹ ਲਿਖਾਈ ਕਰਦੇ ਨੇ। 1601 ਤੋਂ ਲੈ ਕੇ 1604 ਤੱਕ ਤਕਰੀਬਨ 3.5 ਸਾਲ ਭਾਈ ਗੁਰਦਾਸ ਜੀ ਆਦਿ ਬੀੜ ਦੀ ਤਿਆਰੀ ਕਰਵਾਉਂਦੇ ਨੇ, ਲਿਖਾਈ ਕਰਦੇ ਨੇ। ਗੁਰੂ ਅਰਜਨ ਸਾਹਿਬ ਉਹਨੂੰ ਚੈੱਕ ਕਰਦੇ ਨੇ, ਉਹ 'ਚ ਸੋਧਾਂ ਕਰਦੇ ਆ ਤੇ ਉਹਨੂੰ ਪਾਸ ਕਰਦੇ ਆ ਕਿ ਇਹ ਠੀਕ ਹੈ। ਉਹ ਜਿਹੜੇ ਹਵਾਲੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਕਈ ਚਲੇ ਆਉਂਦੇ ਨੇ, ਜਿਹੜੇ ਅਸੀਂ ਰਿਮੂਵ ਨਹੀਂ ਕੀਤੇ। ਹੁਣ ਇਸ ਤਸਵੀਰ ਦੇ ਵਿੱਚ ਕਹਿ ਦਿੱਤਾ ਹੈ ਕਿ ਆਦਿ ਬੀੜ ਦੀ ਜਿਹੜੀ ਸੰਪਾਦਨਾ ਹੈ ਉਹ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹੋਈ। ਹੁਣ ਇਹ ਜਿਹੜਾ ਆਰਟਿਸਟ ਹੈ, ਮੈਨੂੰ ਨਹੀਂ ਪਤਾ ਉਹਦਾ ਪਿਛੋਕੜ ਕੀ ਹੈ। ਮੈਂ ਅੱਜ ਹੀ ਉਹਦੀ ਵੈਬਸਾਈਟ ਚੈੱਕ ਕਰ ਰਿਹਾ ਸੀ ਤੇ ਮੈਨੂੰ ਪਤਾ ਲੱਗਾ ਕਿ ਉਹਦਾ ਨਾਮ ਕੰਵਰ ਸਿੰਘ ਹੈ, ਅੰਮ੍ਰਿਤਸਰ ਦਾ ਉਹਦਾ ਜਨਮ ਹੈ, ਅੱਜ ਕੱਲ੍ਹ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਉਹਨੇ ਇਹੋ ਜਿਹੀਆਂ ਹੋਰ ਵੀ ਕਈ ਤਸਵੀਰਾਂ ਬਣਾਈਆਂ ਤੇ ਉਹਦੀਆਂ ਜਿਹੜੀਆਂ ਤਸਵੀਰਾਂ ਹੈ ਇੰਨੀਆਂ ਮਹਿੰਗੀਆਂ ਹੈ। ਇਹ ਜਿਹੜੀ 30 ਇੰਚ ਬਾਈ 45 ਇੰਚ ਦੀ ਤਸਵੀਰ ਹੈ, ਇਹ 360 ਕੈਨੇਡੀਅਨ ਡਾਲਰ ਦੀ ਹੈ। ਅੱਜ ਗੁਰਦੁਆਰਿਆਂ ਦੇ ਵਿੱਚ, ਬਹੁਤ ਸਾਰੇ ਗੁਰਦੁਆਰਿਆਂ 'ਚ ਬਹੁਤ ਵੱਡੀਆਂ ਮਤਲਬ ਸਾਈਜ਼ ਦੀਆਂ ਇਹ ਤਸਵੀਰਾਂ ਅਸੀਂ ਮਹਿੰਗੇ ਫਰੇਮ ਕਰਕੇ ਲੰਗਰ ਹਾਲ ਦੇ ਵਿੱਚ ਜਾਂ ਬਾਕੀ ਦੇ ਹਾਲਾਂ ਦੇ ਵਿੱਚ ਇਹ ਲਗਾਈਆਂ ਹੋਈਆਂ। ਹੁਣ ਮੇਰਾ ਸਵਾਲ ਇਹ ਹੈ ਕਿ ਇਹ ਜਿਹੜੀ ਤਸਵੀਰ ਹੈ ਇਹ ਇਤਿਹਾਸਕ ਤੌਰ ਤੇ ਗਲਤ ਹੈ। ਇਹਦੇ ਬਾਰੇ ਸਾਨੂੰ ਪਤਾ ਹੈ ਜਾਂ ਉਹਨਾਂ ਲੋਕਾਂ ਨੂੰ ਪਤਾ ਹੈ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ ਜਾਂ ਜਾਣਦੇ ਨੇ। ਆਮ ਜਿਹੜੀ ਸੰਗਤ ਹੈ ਉਹਨਾਂ ਨੂੰ ਕੀ ਪਤਾ ਹੈ? ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅਗਲੀ ਜਨਰੇਸ਼ਨ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਉਹ ਤਾਂ ਇਹੀ ਸਮਝਣਗੇ ਨਾ ਕਿ ਆਦਿ ਬੀੜ ਦੀ ਜਿਹੜੀ ਸੰਪਾਦਨਾ ਹੈ ਜਾਂ ਲਿਖਾਈ ਹੈ ਪਹਿਲੇ ਗ੍ਰੰਥ ਦੀ, ਉਹ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਪਾਸੋਂ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਬੈਠ ਕੇ ਕੀਤੀ। ਮੇਰਾ ਮਕਸਦ ਇਸ ਆਰਟਿਸਟ ਦੇ ਖਿਲਾਫ ਗੱਲ ਕਰਨਾ ਨਹੀਂ ਹੈ। ਮੇਰਾ ਮਕਸਦ ਸਿਰਫ ਇੰਨਾ ਹੈ ਕਿ ਜਿਹੜੀ ਉਹਨੇ ਤਸਵੀਰ ਤਿਆਰ ਕੀਤੀ ਹੈ ਉਹ ਇਤਿਹਾਸਕ ਤੌਰ ਤੇ ਗਲਤ ਹੈ ਤੇ ਸਾਡੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਗੱਲੋਂ ਅਣਜਾਣ ਹੋਣ ਕਰਕੇ ਖੋਜ ਹੀ ਨਹੀਂ ਕਰਦੇ, ਮਿਹਨਤ ਹੀ ਨਹੀਂ ਕਰਦੇ, ਕਿਸੇ ਨੂੰ ਪੁੱਛਦੇ ਹੀ ਨਹੀਂ। ਧੜਾ ਧੜ ਉਹ ਤਸਵੀਰਾਂ ਮਹਿੰਗੇ ਭਾਅ ਖਰੀਦ ਕੇ ਅਸੀਂ ਆਪਣੇ ਕੰਧਾਂ ਦੇ ਉੱਤੇ ਉਹ ਸ਼ਾਨ ਬਣਾਈ ਜਾਂਦੇ ਹਾਂ। ਇੰਨਾ ਹੀ ਨਹੀਂ, ਮੇਰੇ ਜਾਣਕਾਰੀ ਦੇ ਵਿੱਚ ਹੈ ਕਿ ਬਹੁਤ ਸਾਰੇ ਗੁਰਸਿੱਖ ਵੀ ਸ਼ਰਧਾ ਸਹਿਤ ਇਹਨਾਂ ਤਸਵੀਰਾਂ ਨੂੰ ਖਰੀਦ ਕੇ ਆਪਣੇ ਘਰਾਂ ਵਿੱਚ ਲਾਈ ਜਾਂਦੇ ਨੇ। ਇਸੇ ਕਰਕੇ ਸ਼ਾਇਦ ਗੁਰੂ ਸਾਹਿਬਾਂ ਨੇ ਤਸਵੀਰਾਂ ਨਹੀਂ ਬਣਾਉਣ ਦਿੱਤੀਆਂ ਸੀ। ਭਾਈ ਗੁਰਦਾਸ ਜੀ ਨੇ ਇਹਦਾ ਹਵਾਲਾ ਦਿੱਤਾ ਹੈ, ਮੈਂ ਉਹਦੇ ਬਹੁਤ ਹੀ ਡੀਟੇਲ 'ਚ ਨਹੀਂ ਜਾਣਾ, ਕਿ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀ ਤਸਵੀਰ ਬਣਾਉਣ ਵਾਸਤੇ ਆਰਟਿਸਟ ਆਏ ਤੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਸੀ ਕਿ ਇਸ ਗੁਰਮਤਿ ਦਾ ਸਿਧਾਂਤ ਗੁਰਮੂਰਤ ਗੁਰਸ਼ਬਦ ਹੈ। ਗੁਰੂ ਦਾ ਜਿਹੜੀ ਮੂਰਤ ਹੈ ਗੁਰੂ ਦਾ ਸ਼ਬਦ ਹੀ ਹੈ। ਤੇ ਅੱਜ ਜਿਵੇਂ ਇਸ ਆਰਟਿਸਟ ਨੇ ਮਹਿੰਗੀਆਂ ਤਸਵੀਰਾਂ ਵੇਚਣ ਵਾਸਤੇ ਵਪਾਰਕ ਬਿਜ਼ਨਸ ਨੂੰ ਧਿਆਨ 'ਚ ਰੱਖ ਕੇ ਇਤਿਹਾਸ ਦੇ ਨਾਲ ਖਿਲਵਾੜ ਕੀਤਾ ਹੈ, ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਤਸਵੀਰਾਂ ਅੱਜ ਮਾਰਕੀਟ ਦੇ ਵਿੱਚ ਮਿਲਦੀਆਂ। ਗੁਰੂ ਨਾਨਕ ਸਾਹਿਬ ਦੇ ਹੱਥ ਉੱਤੇ ਬੜੀ ਫੁੱਲਾਂ ਵਾਲੀ ਰੱਖੜੀ ਬੰਨੀ ਹੋਈ ਹੈ, ਬੇਬੇ ਨਾਨਕੀ ਜੀ ਥਾਲੀ 'ਚ ਮਠਿਆਈ ਰੱਖ ਕੇ ਕੋਲ ਬੈਠੇ ਨੇ, ਬੜੇ ਸ਼ਾਨ ਦੇ ਨਾਲ ਬੈਠੇ ਨੇ। ਮੈਨੂੰ ਨਹੀਂ ਸਮਝ ਆਉਂਦੀ ਕਿ ਰੱਖੜੀ ਬੰਨਣੀ ਗੁਰਮਤਿ ਦਾ ਕਿਹੜੀ ਗੁਰਮਤਿ ਦਾ ਕਿਹੜਾ ਸਿਧਾਂਤ ਆ ਜੀ ਇਹ। ਫਿਰ ਜਦੋਂ ਅਸੀਂ ਉਹਨਾਂ ਦੀ ਜਦੋਂ ਫੋਟੋ ਬਣਾਉਂਦੇ ਆ, ਬੇਬੇ ਨਾਨਕੀ ਜੀ ਜਿਹੜੀ ਇੰਨੀ ਉੱਚੀ ਰੂਹਾਨੀਅਤ ਦੇ ਮਾਲਕ ਸਨ, ਉਹਨਾਂ ਦਾ ਪੂਰਾ ਫੇਸ਼ੀਆ ਕੀਤਾ ਹੋਇਆ, ਪੂਰੀ ਮੇਕਅਪ ਕੀਤੀ ਹੋਈ ਹੈ। ਜਿਵੇਂ ਨਾ ਮਤਲਬ ਅੱਜ ਕੱਲ੍ਹ ਵਿਆਹਾਂ ਨੂੰ ਕੁੜੀਆਂ ਆਪਣੀ ਖਾਸ ਤਿਆਰੀ ਕਰਦੀਆਂ ਨੇ, ਇਵੇਂ ਤਿਆਰੀ ਕਰਕੇ ਮੇਕਅਪ ਲਗਾ ਕੇ ਬਿਠਾਲਿਆ ਹੋਇਆ ਹੈ। ਉਹ ਸਿੱਖੋ ਕਿੱਧਰ ਨੂੰ ਤੁਰ ਪਏ ਅਸੀਂ। ਸਾਡਾ ਤਾਂ ਨਿਸ਼ਾਨਾ, ਸਾਡਾ ਤਾਂ ਇਹ ਮਕਸਦ ਹੀ ਨਹੀਂ ਸੀ। ਸਾਨੂੰ ਤਾਂ ਪਤਾ ਹੀ ਨਹੀਂ ਬੇਬੇ ਨਾਨਕੀ ਜੀ ਦੀ ਸ਼ਕਲ ਕਿਹੋ ਜਿਹੀ ਸੀ, ਸਾਨੂੰ ਤਾਂ ਪਤਾ ਹੀ ਨਹੀਂ ਗੁਰੂ ਨਾਨਕ ਸਾਹਿਬ ਦੀ ਸ਼ਕਲ ਕਿਹੋ ਜਿਹੀ ਸੀ। ਅਸੀਂ ਵੱਖ-ਵੱਖ ਤਰ੍ਹਾਂ ਦੇ 5-7 ਮਾਲਾ ਟੰਗਾਤੀਆਂ,
ਮੋਟੇ ਡਾਢੇ ਸਰੀਰਾਂ ਦੇ, ਜਿਹੜਾ ਬੰਦਾ 38 ਸਾਲ ਨੰਗੇ ਪੈਰੀਂ ਜੰਗਲਾਂ ਪਹਾੜਾਂ 'ਚ ਤੁਰਿਆ ਫਿਰਦਾ ਰਿਹਾ ਹੋਏਗਾ, ਭਾਵੇਂ ਉਹ ਸਰਵ ਕਲਾ ਸਮਰੱਥ ਗੁਰੂ ਸਨ, ਭਾਈ ਮਰਦਾਨਾ ਜੀ ਦੇ ਨਾਲ ਜੰਗਲਾਂ ਪਹਾੜਾਂ 'ਚ ਕਈ ਕਈ ਦਿਨ ਫਾਕੇ ਕੱਟੇ ਹੋਣਗੇ, ਉਹਨਾਂ ਦੀਆਂ ਕਿਤੇ ਸ਼ਕਲਾਂ ਇਹੋ ਜਿਹੀਆਂ ਹੋਣਗੀਆਂ। ਅਸੀਂ ਬਹੁਤ ਕੁਝ ਅਣਜਾਣੇ ਦੇ ਵਿੱਚ ਡਾਕਟਰ ਸਾਹਿਬ ਕਰ ਰਹੇ ਹਾਂ, ਔਰ ਇਸ ਇਤਿਹਾਸ ਨੂੰ ਵਿਗਾੜਨ ਦਾ ਜ਼ਿੰਮੇਵਾਰ ਅਸੀਂ ਖੁਦ ਹੈ। ਤੁਸੀਂ ਸ਼ੁਰੂ 'ਚ ਗੱਲ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਠੀਕ ਹੈ, ਉਹਨਾਂ ਦੀਆਂ ਨਲਾਇਕੀਆਂ, ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਜਦੋਂ ਉਹਨਾਂ ਨੇ ਆਪਣੇ ਆਪ ਨੂੰ ਪੰਥ ਦੀ ਜਮਾਤ ਕਹਿਣਾ ਹੁੰਦਾ ਹੈ, ਤੇ ਉਦੋਂ ਡਟ ਕੇ ਕਹਿੰਦੇ ਨੇ ਕਿ ਪੂਰੇ ਸੰਸਾਰ ਦੇ ਵਿੱਚ ਪੰਥ ਦੀ ਨੁਮਾਇੰਦਗੀ ਕਰਦੇ ਹਾਂ, ਅਸੀਂ ਹੀ ਪੰਥ ਹੈ। ਤੇ ਜਦੋਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ, ਤੇ ਉਸ ਵੇਲੇ ਉਹ ਸਿਆਸੀ ਜਿਹੜੇ ਉਹਨਾਂ ਦੇ ਏਜੰਡੇ ਹੈ, ਉਹਨਾਂ ਦਾ ਸ਼ਿਕਾਰ ਹੋ ਜਾਂਦੇ ਹੈ, ਜਾਂ ਜਿਹੜੇ ਉਹਨਾਂ ਦੇ ਸਿਆਸੀ ਆਕਾ ਨੇ, ਮਾਲਕ ਨੇ ਸਿਆਸੀ, ਉਹਨਾਂ ਦੀਆਂ ਵੋਟਾਂ ਨੂੰ ਉਹ ਗੱਲਾਂ ਸੂਟ ਨਹੀਂ ਕਰਦੀਆਂ। ਉਹ ਡੇਰਾਦਾਰਾਂ ਦੇ ਵੀ ਜਾ ਕੇ ਮੱਥੇ ਰਗੜ ਆਉਂਦੇ ਨੇ, ਤੇ ਡੇਰੇਦਾਰਾਂ ਨੂੰ ਕਦੇ ਕੱਢ ਦਿੰਦੇ ਨੇ, ਖਾਰਜ ਕਰ ਦਿੰਦੇ ਨੇ, ਕਦੇ ਮਾਫੀਨਾਮੇ ਲੈ ਕੇ ਵਾਪਸ ਲੈ ਲੈਂਦੇ ਨੇ, ਕਦੇ ਖਤਮ ਕਰ ਦਿੰਦੇ ਨੇ। ਇੱਥੋਂ ਤੱਕ ਸ਼੍ਰੋਮਣੀ ਕਮੇਟੀ ਸੀਮਤ ਜਦੋਂ ਹੋ ਜਾਵੇ, ਤੇ ਉਹ ਲੋਕ ਜਿਹੜੇ ਚਿੰਤਕ ਨੇ, ਜਿਹੜੇ ਸਿਆਣੇ ਨੇ, ਜਿਹੜੇ ਸਾਰੇ ਸੰਸਾਰ 'ਚ ਵੱਸਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਵੀ ਕਿਸੇ ਕਿਸਮ ਦਾ ਇਹੋ ਜਿਹੀ ਇਤਿਹਾਸ ਦੇ ਨਾਲ ਛੇੜਛਾੜੀ ਹੋਣ ਦਾ ਯਤਨ ਕੀਤਾ ਜਾ ਰਿਹਾ ਹੋਵੇ, ਉਹਨੂੰ ਰੋਕਣ ਵਾਸਤੇ ਆਪਣਾ ਯਤਨ ਕਰੇ। ਮੈਂ ਇਸ ਸ਼ਖਸ ਨੂੰ ਅੱਜ ਹੀ ਮੈਂ ਵੇਖੀ ਹੈ, ਤੇ ਅੱਜ ਹੀ ਈਮੇਲ ਦੇ ਉੱਤੇ ਆਪਣੀ ਕੰਪਲੇਂਟ ਦਰਜ ਕਰਵਾ ਦਿਆਂਗਾ। ਤੇ ਉਹਨਾਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ, ਜਿਨ੍ਹਾਂ ਨੇ ਇੰਨੇ ਪੈਸੇ ਖਰਚ ਕੇ ਇਹੋ ਜਿਹੀਆਂ ਤਸਵੀਰਾਂ ਲਿਆ ਕੇ ਗਲਤ ਰੰਗ ਦੇ ਵਿੱਚ ਇਤਿਹਾਸ ਆਪਣੇ ਗੁਰਦੁਆਰੇ ਆਉਣ ਵਾਲੀਆਂ ਸੰਗਤਾਂ ਨੂੰ ਤੇ ਅਗਲੀ ਜਨਰੇਸ਼ਨ ਦੇ ਨੌਜਵਾਨਾਂ ਬੱਚਿਆਂ ਨੂੰ ਦਿੱਤਾ ਹੈ, ਉਹਦੇ ਲਈ ਉਹ ਵੀ ਕਸੂਰਵਾਰ ਨੇ। ਮੈਂ ਇਸ ਤੋਂ ਬਾਅਦ ਹੋਰ ਕੀ ਆਖਾਂ ਸਾਹਿਬ। ਭਾਈ ਸਾਹਿਬ ਜੀ, ਇਹ ਸਾਰਾ ਸੁਣ ਕੇ ਬੜੇ ਉਦਾਸ, ਦੁਖਦਾਈ ਹਿਰਦੇ ਨਾਲ ਕਹਿਣਾ ਬਣਦਾ ਹੈ ਕਿ ਡੁੱਬੀ ਤਾਂ ਚਾਸਾ ਨਾ ਆਇਆ। ਅਸੀਂ ਸ਼੍ਰੋਮਣੀ ਕਮੇਟੀ ਨੂੰ ਮਾਫ ਨਹੀਂ ਕਰ ਸਕਦੇ। ਅਸੀਂ ਮੰਨਿਆ ਹੈ ਉਹ ਸਾਡੀ ਧਾਰਮਿਕ ਇੱਕ ਸੰਸਥਾ ਹੈ। ਇਹ ਨਹੀਂ ਕਿ ਠੀਕ ਹੈ ਜੀ ਅਸੀਂ ਸਾਰੇ ਕਸੂਰਵਾਰ ਹੋਵਾਂਗੇ, ਪਰ ਕਿਸੇ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ। ਵੋਟਾਂ ਲੈਣੀਆਂ ਹੁੰਦੀਆਂ, ਸਭ ਕੁਝ ਕਰਨਾ ਹੁੰਦਾ, ਉਹ ਜ਼ਿੰਮੇਵਾਰ ਨੇ। ਉਹ ਕਿਉਂ ਨਹੀਂ ਇਹੋ ਜਿਹੀ ਗੱਲਾਂ ਰੋਕਦੇ? ਉਹਨਾਂ ਦਾ ਰੋਕਣ ਦਾ ਫਰਜ਼ ਬਣਦਾ ਹੈ। ਹੁਣ ਕੱਲ੍ਹ ਦੀ ਗੱਲ ਹੈ, ਠੀਕ ਹੈ, ਤੁਸੀਂ ਜਿਹੜਾ ਇਤਿਹਾਸ ਦੀ ਗੱਲ ਆਪਾਂ ਕੀਤੀ ਹੈ, ਬੜਾ ਕੁਝ ਹੈ, ਭਾਵੇਂ ਅਸੀਂ ਸਾਰੀ ਦਿਹਾੜੀ ਲੱਗੇ ਰਹੀਏ, ਨਹੀਂ ਮੁੱਕਣਾ। ਜਿੱਦਣ ਨੂੰ ਜਾ ਰਿਹਾ ਜੋ ਖਲਾਰਾ ਪਾਈ ਜਾ ਰਿਹਾ, ਅਤੇ ਇਹਨੂੰ ਸਮੇਟਣ ਵਾਸਤੇ ਕਿਸੇ ਨੂੰ ਕਿਸੇ ਸੁਸਾਇਟੀ ਨੂੰ, ਕਿਸੇ ਜਥੇਬੰਦੀ ਨੂੰ, ਜਿਹਨੂੰ ਅਸੀਂ ਮੰਨੇ ਬੈਠੇ ਉਪਰਾਲਾ ਕਰਨਾ ਪੈਣਾ, ਇਹ ਮਾਫ ਨਹੀਂ ਕਰ ਸਕਦੇ। ਕੱਲ੍ਹ ਦੀ ਗੱਲ ਹੈ, ਟੈਲੀਵਿਜ਼ਨ ਤੁਹਾਡੇ ਚੱਲ ਰਹੀ ਹੈ, ਉਹ ਖਾਲਸੇ ਦਾ ਜਿੱਥੋਂ ਜਨਮ ਹੋਇਆ 1699 ਦੇ ਵਿੱਚ, ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਲਲਕਾਰ ਕੇ ਉੱਥੇ ਅੰਮ੍ਰਿਤ ਛਕਾਇਆ, ਉਹ ਉਸੇ ਦਰਬਾਰ ਦੇ ਵਿੱਚ ਬੈਠ ਕੇ ਸਿਗਰਟਾਂ ਪੀਵੇ। ਇਹ ਲੁਕਸ਼ੀ ਗੱਲ ਹੈ, ਪੁਰਾਣੀ ਨਹੀਂ, ਕੱਲ ਪਰਸੋਂ ਦੀ ਗੱਲ ਹੈ। ਕੌਣ ਜ਼ਿੰਮੇਵਾਰ ਹੈ? 3 ਵਜੇ ਦਾ ਉੱਥੇ ਬੈਠਾ, ਤੜਕੇ ਦਾ 4:30 ਵਜੇ ਮਹਾਰਾਜ ਪ੍ਰਕਾਸ਼ ਹੁੰਦਾ ਹੈ। ਜੋ ਪ੍ਰਕਾਸ਼ ਹੁੰਦਾ ਹੈ ਉਦੋਂ ਉਹ ਬੀੜੀ ਲਾਉਂਦਾ ਹੈ, ਧੂੰਆਂ ਮਹਾਰਾਜ ਵੱਲ ਛੱਡਦਾ ਹੈ, ਇੱਥੋਂ ਤੱਕ ਘੁੱਟਦਾ ਹੋਇਆ ਉਹ ਸਿਗਰਟ ਦਾ ਟੋਟਾ ਉਹ ਜਿੱਥੇ ਰਾਗੀ ਕੀਰਤਨ ਕਰਦੇ ਉਧਰ ਵੱਲ ਸਿੱਟ ਦਿੰਦਾ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਇੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਭਰਤੀ ਕੀਤੇ ਹੋਏ ਨੇ ਗੁਰੂ ਦੀ ਗੋਲਕ ਤੋਂ ਪੈਸੇ ਦੇ ਕੇ, ਉਹ ਸੁੱਤੇ ਹੋਏ ਸਨ। ਕਿੱਥੇ ਸਨ ਉਹ? ਆਪ ਕਿੱਧਰ ਨੂੰ ਜਾ ਰਿਹਾ? ਕੌਣ? ਬੜਾ ਦੁੱਖ ਹੁੰਦਾ ਹੈ। ਕਿਹਨੂੰ ਅਸੀਂ ਭਾਈ ਸਾਹਿਬ ਦੀ ਆਉਣ ਵਾਲੀ ਜਨਰੇਸ਼ਨ, ਠੀਕ ਹੈ, ਉਹਨਾਂ ਨੂੰ ਕਹਿੰਦੇ, ਉਹਨਾਂ ਨੂੰ ਕੀ ਦੱਸਾਂਗੇ ਜੋ ਕੁਝ ਹੋ ਰਿਹਾ ਹੈ? ਜੋ ਕੁਝ ਅਣਗਹਿਲੀ, ਜਿਹੜੀ ਇਹ ਅਣਗਹਿਲੀ ਹੈ, ਟੋਟਲ ਅਣਗਹਿਲੀ ਹੈ। ਆਪ ਉਹਨਾਂ ਦੀ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਹੋਵੇ ਤਾਂ ਉੱਥੇ 10 ਬੰਦੂਕਾਂ ਵਾਲੇ ਨਾਲ ਤੁਰੇ ਫਿਰਦੇ ਹੁੰਦੇ ਨੇ। ਤੇ ਕੀ ਕੇਸਗੜ੍ਹ ਸਾਹਿਬ ਤੁਸੀਂ ਉੱਥੇ ਜਾਂਦੇ ਹੋ ਸਾਰੇ, ਕਿੱਡਾ ਕੁ ਵੱਡਾ ਗੁਰਦੁਆਰਾ ਕੇਸਗੜ੍ਹ ਦਾ ਦਰਬਾਰ, ਉੱਥੇ ਪਹਿਰੇਦਾਰ ਹੋਣਗੇ ਹੀ, ਕਿਉਂ ਨੇ ਉਹਨਾਂ ਨੂੰ ਰੋਕਿਆ ਗਿਆ? ਕੀ ਕਹੋਗੇ ਭਾਈ ਸਾਹਿਬ ਜੀ? ਦੇਖੋ ਡਾਕਟਰ ਸਾਹਿਬ, ਉੱਥੇ ਅਨੇਕਾਂ ਸੇਵਾਦਾਰ ਹੈ, ਔਰ ਕਈਆਂ ਦੇ ਅੰਦਰ ਡਿਊਟੀ ਹੁੰਦੀ ਹੈ। ਖਾਸ ਕਰਕੇ ਉਸ ਸਮੇਂ ਜਿਸ ਗੱਲ ਦਾ ਤੁਸੀਂ ਜ਼ਿਕਰ ਕਰਦੇ ਹੋ, ਕਿਉਂਕਿ ਮੈਨੂੰ ਪੂਰੀ ਡਿਟੇਲ ਦਾ ਨਹੀਂ ਪਤਾ ਸੀ, ਪਹਿਲਾਂ ਮੈਂ ਕੁਝ ਦਿਨ ਵਾਸਤੇ ਬਾਹਰ ਗਿਆ ਹੋਇਆ ਸੀਗਾ, ਭਈ ਉਸ ਵੇਲੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਅਜੇ ਪ੍ਰਕਾਸ਼ ਨਹੀਂ ਹੋਇਆ, ਜਦੋਂ ਤਿਆਰੀ ਹੋ ਰਹੀ ਹੈ,
ਉਸ ਵੇਲੇ ਸੰਗਤਾਂ ਵੀ ਹੁੰਦੀਆਂ ਨੇ ਸੇਵਾ ਕਰਦੀਆਂ ਤੇ ਸੇਵਾਦਾਰ ਵੀ ਹੁੰਦੇ ਨੇ, ਤੇ ਉਸ ਵੇਲੇ ਕੋਈ ਬੰਦਾ ਉਹਨਾਂ ਵਿੱਚ ਲੋਕੇ ਰਹਿ ਸਕਦਾ, ਇਹ ਪੋਸੀਬਲ ਹੈ, ਕਿਉਂਕਿ ਇਕੱਲੇ ਇਕੱਲੇ ਬੰਦੇ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਹੁੰਦੀ। ਪਰ ਜਿਸ ਵੇਲੇ ਅਚਾਨਕ ਉੱਠ ਕੇ ਉਹਨੇ ਆਪਣੀ ਬੀੜੀ ਲਾਈ ਉਹਨੇ, ਉਸ ਵੇਲੇ ਆਸੇ ਪਾਸੇ ਦੇ ਜਿਹਨੇ ਅੰਦਰ, ਮੇਰੇ ਜਾਣਕਾਰੀ ਦੇ ਮੁਤਾਬਕ ਉਸ ਤਖਤ ਸਾਹਿਬ ਦਾ ਜਿਹੜਾ ਦਰਬਾਰ ਹੈ ਉਹਦੇ ਵਿੱਚ ਇੱਕ ਟਾਈਮ ਤੇ 4 ਸੇਵਾਦਾਰ ਹੁੰਦੇ ਨੇ। ਰਾਗੀ ਸਿੰਘ ਕੀਰਤਨ ਕਰਦੇ ਨੇ, ਇੱਕ ਗ੍ਰੰਥੀ ਸਿੰਘ ਮਹਾਰਾਜ ਦੀ ਤਾਬਿਆ ਚੌਰ ਕਰ ਰਹੇ ਹੁੰਦੇ ਨੇ, 2 ਬੰਦੇ ਗੋਲਕ ਦੇ ਦੋਹੀਂ ਪਾਸੇ ਅੰਦਰ ਖੜੇ ਹੁੰਦੇ ਨੇ, ਤੇ ਦੋਹਾਂ ਦਰਵਾਜ਼ਿਆਂ ਦੇ ਉੱਤੇ 2 ਸੇਵਾਦਾਰ ਬਰਛੇ ਲੈ ਕੇ ਖੜੇ ਹੁੰਦੇ ਆ, ਤੇ 1 ਜਾਂ 2 ਸੇਵਾਦਾਰ ਅੰਦਰ ਤੁਰੇ ਫਿਰਦੇ ਹੁੰਦੇ ਆ, ਤਾਂ ਕਿ ਕਿਸੇ ਕਿਸਮ ਦੀ ਗੜਬੜ ਅੰਦਰ ਨਾ ਹੋਵੇ, ਡਿਸਟਰਬੈਂਸ ਨਾ ਹੋਵੇ। ਤੇ ਉੱਥੇ ਇੰਨਾ ਮਤਲਬ ਉਹਨਾਂ ਨੇ, ਉਹ ਜਿਹੜੇ ਲੋਕ ਨੇ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਆ ਜਾਵੇ, 10-10 ਉਹਦੇ ਮਗਰ ਮਗਰ ਤੁਰੇ ਫਿਰਦੇ ਆ ਬੰਦੂਕਾਂ ਲੈ ਕੇ, ਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਕੋਈ ਵੀ ਉਹਨਾਂ ਨੂੰ ਨਹੀਂ ਸੀਗਾ ਉਸ ਵੇਲੇ। ਔਰ ਦੇਖੋ ਤੁਸੀਂ ਭਈ, ਸ਼ਰਾਰਤੀ ਬਿਰਤੀ ਤਾਂ ਅੱਜ ਬਹੁਤ ਹੈ, ਮਾਨਸਿਕ ਰੋਗੀਆਂ ਦੇ ਨਾਲ ਸੰਸਾਰ ਭਰਿਆ ਪਿਆ ਹੈ, ਦਿਮਾਗੀ ਤੌਰ ਤੇ ਬੜੇ ਬਿਮਾਰ ਤੁਰੇ ਫਿਰਦੇ ਹੈ, ਪਤਾ ਨਹੀਂ ਕਿਹੜੇ ਵੇਲੇ ਕਿਹਦੀ ਮੱਤ ਮਾਰੀ ਜਾਣੀ ਹੈ, ਕਿਸੇ ਨੇ ਕਿਹੋ ਜਿਹੀ ਸ਼ਰਾਰਤ ਕਰ ਦੇਣੀ ਹੈ। ਤੇ ਉੱਥੇ ਜਿਹੜਾ ਇੰਨਾ ਪਵਿੱਤਰ ਸਥਾਨ ਹੈ, ਇੰਨਾ ਇਤਿਹਾਸਕ ਸਥਾਨ ਹੈ, ਉੱਥੇ ਉਹਦੇ ਲਈ ਜਿਹੜਾ ਅੰਦਰ ਦਾ ਇੰਤਜ਼ਾਮ ਹੈ ਉਹ ਕਰਨ ਵਾਸਤੇ ਕਿੰਨਾ ਕੁ ਜ਼ੋਰ ਲੱਗਦਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਟਾਸਕ ਫੋਰਸ ਭਰਤੀ ਕੀਤੀ ਹੋਈ ਹੈ। ਆ ਹੁਣੇ ਹਰਚਰਨ ਸਿੰਘ ਦੀ ਕਿਤਾਬ ਆਈ ਹੈ, ਜਦੋਂ ਜਿਹੜਾ ਸੈਕਟਰੀ ਸੀਗਾ, ਮੈਂ ਪੜ੍ਹਨੀ ਸ਼ੁਰੂ ਕੀਤੀ ਹੈ, ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ। ਮੈਂ ਉਹ ਚੜ੍ਹਾਈ ਕਰ ਗਿਆ ਉਹ, ਤੇ ਮਰਨ ਤੋਂ ਪਹਿਲਾਂ ਲਿਖ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ। ਇਹ 'ਚੋਂ ਲਿਖਦਾ ਹੈ ਕਿ ਜਿਵੇਂ ਮਿਨਿਸਟਰਾਂ ਦਾ ਕੋਟਾ ਹੁੰਦਾ ਹੈ ਨਾ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਆਪਣਾ ਕੋਟਾ ਰੱਖਿਆ ਹੋਇਆ, ਮੈਂ ਇੰਨੇ ਬੰਦੇ ਭਰਤੀ ਕਰਾਉਣੇ ਆ, ਭਾਵੇਂ ਸਟਾਫ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ, ਅੰਨ੍ਹੇਵਾਹ ਭਰਤੀ ਕੀਤੀ ਹੋਈ ਆ ਸਿਫਾਰਸ਼ੀ ਜਨਤਾ। ਔਰ ਉਹਨਾਂ ਤੋਂ ਕੰਮ ਲੈਣ ਦੀ ਬਜਾਏ ਕੋਈ ਮੈਨੇਜਰ ਦੇ ਘਰ ਜਾ ਕੇ ਕੋਠੀ 'ਚ ਉਹਦੇ ਫੁੱਲਾਂ ਨੂੰ ਪਾਣੀ ਦੇ ਰਿਹਾ ਹੈ, ਕੋਈ ਉਹਦੇ ਨਿਆਣਿਆਂ ਨੂੰ ਸਕੂਲੇ ਛੱਡਣ ਵਾਸਤੇ ਜਾ ਰਿਹਾ ਹੈ। ਇਹ ਬਹੁਤ ਦੁਖਦਾਈ ਆ ਗੱਲਾਂ, ਇਹ ਆਮ ਸੰਗਤਾਂ ਵਾਸਤੇ ਬਹੁਤ ਠੇਸ ਪਹੁੰਚਾਉਣ ਵਾਲੀਆਂ ਨੇ। ਮੈਂ ਉਹਨਾਂ ਪਾਸੋਂ ਖਿਮਾ ਮੰਗਦਾ ਕਿ ਅਸੀਂ ਇਹਨਾਂ ਦੀ ਗੱਲ ਕਰਨ ਦੀ ਲੋੜ ਪੈ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸੀ, ਉਹ ਬਿਲਕੁਲ ਨਹੀਂ ਨਿਭਾਈਆਂ। ਦਾਅਵੇ ਬਹੁਤ ਕੀਤੇ, ਹੁਣੇ ਹੀ ਜੋ ਤੁਸੀਂ ਪਿਛਲੇ 2 ਦਿਨ ਦੀ ਗੱਲ ਕੀਤੀ ਹੈ, ਜੋ ਪਿਛਲੇ 2-4 ਦਿਨ ਤੋਂ ਇਸ ਦੇਸ਼ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਉਹਨਾਂ ਨੂੰ ਲੈ ਕੇ ਆਉਣ ਵਾਲਿਆਂ ਨੇ ਜਿਹੜੇ ਚੰਦ ਚਾੜੇ ਹੈ, ਉਹਦੇ ਨਾਲ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਦਾ ਤੇ ਗੁਰੂ ਪੰਥ ਦਾ ਸਿਰ ਨੀਵਾਂ ਹੋਇਆ ਹੈ। ਅੱਜ ਇਹ ਸਾਡਾ ਸਿੱਖ ਫਿਲਾਸਫੀ ਹੈ, ਅੱਜ ਦਾ ਵਿਸ਼ਾ ਨਹੀਂ। ਜੇ ਸਮਾਂ ਬਣਿਆ, ਸਤਿਗੁਰੂ ਨੇ ਚਾਹਿਆ, ਤੇ ਸੋਮਵਾਰ ਵਾਲੇ ਭਗਤ ਦੇ ਮਸਲੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਖੁੱਲ੍ਹ ਕੇ ਵਿਚਾਰ ਕਰਾਂਗੇ। ਤੁਹਾਡੀਆਂ ਕਾਲਾਂ ਵੀ ਲਵਾਂਗੇ, ਜੇ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਕਰਿਓ। ਡਾਕਟਰ ਸਾਹਿਬ, ਜਿਹੜੀ ਗੱਲ ਅੱਜ ਦਾ ਸਾਡਾ ਵਿਸ਼ਾ ਹੈ ਨਾ, ਇਹ ਠੀਕ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਮੈਂ ਤਾਂ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਬੈਠ ਕੇ ਕਹਿੰਦਾ ਰਿਹਾ, ਤੁਸੀਂ ਮੇਰੀ ਨੁਮਾਇੰਦਗੀ ਨਹੀਂ ਕਰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਗਲੈਂਡ ਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ। ਤੁਸੀਂ ਸਿਰਫ ਪੰਜਾਬ, ਥੋੜ੍ਹਾ ਜਿਹਾ ਹਰਿਆਣਾ, ਚੰਡੀਗੜ੍ਹ ਤੇ ਥੋੜ੍ਹਾ ਜਿਹਾ ਹਿਮਾਚਲ ਦੀ ਨੁਮਾਇੰਦਗੀ ਕਰਦੇ ਹੋ, ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਤੁਹਾਡੀ ਚੋਣ ਹੁੰਦੀ ਹੈ। ਇੱਥੋਂ ਤੱਕ ਕਿ ਦਿੱਲੀ ਦੀ ਆਪਣੀ ਕਮੇਟੀ ਹੈ, ਰਾਜਸਥਾਨ ਦਾ ਵੱਖਰਾ ਬੋਰਡ ਹੈ, ਹਿਮਾਚਲ ਤੇ ਜੰਮੂ ਕਸ਼ਮੀਰ ਦਾ ਵੱਖਰਾ ਹੈ, ਪਟਨਾ ਸਾਹਿਬ ਦਾ ਵੱਖਰਾ ਹੈ, ਉੱਥੇ ਦਾ ਆਪਣੇ ਦਾ ਹਜੂਰ ਸਾਹਿਬ ਦਾ ਵੱਖਰਾ ਹੈ। ਤੁਸੀਂ ਸਿਰਫ ਇੱਥੇ ਤੱਕ ਸੀਮਤ ਹੋ, ਆਪਣੇ ਦਾਇਰੇ ਨੂੰ ਬਾਹਲਾ ਲੋਕਾਂ ਤੇ ਠੋਸਣ ਦਾ ਯਤਨ ਨਾ ਕਰਿਆ ਕਰੋ। ਪਰ ਉਹ ਨਹੀਂ ਹਟਦੇ। ਅਸੀਂ ਵੀ, ਸਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੀ ਖੁਸ਼ਾਮਦ ਕਰ ਕਰਕੇ ਉਹਨਾਂ ਦੇ ਮਗਰ ਤੁਰੇ ਫਿਰਦੇ ਆ। ਸਵਾਲ ਨਹੀਂ ਕਰਦੇ, ਅਸੀਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਉਹਨਾਂ ਨੂੰ ਪੁੱਛਦੇ ਨਹੀਂ ਕਿ ਤੁਸੀਂ ਆਹ ਕਿਉਂ ਕੀਤਾ। ਉੱਥੇ ਅੱਜ ਕੱਲ੍ਹ ਸਿਆਸਤਾਂ ਦਾ ਇੰਨਾ ਜ਼ੋਰ ਹੋ ਗਿਆ ਹੈ, ਉਹਨਾਂ ਦਾ ਤਾਂ ਇਹ ਹਾਲ ਹੈ। ਅਸੀਂ ਇਹ ਵੇਖਣਾ ਹੈ ਕਿ ਇੰਗਲੈਂਡ 'ਚ ਬੈਠ ਕੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਜੇ ਕੋਈ ਸ਼ਖਸ ਸਿੰਘ ਸਭਾਵਾਂ ਦਾ ਜਾਂ ਵੱਡੇ ਗੁਰਦੁਆਰਿਆਂ ਦਾ ਪ੍ਰਧਾਨ ਹੈ ਜਾਂ ਕਮੇਟੀ ਦਾ ਮੈਂਬਰ ਹੈ, ਕੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ? ਕੀ ਉਹਦਾ ਫਰਜ਼ ਨਹੀਂ ਹੈ ਕਿ ਜਿਹੜੀਆਂ ਚੀਜ਼ਾਂ ਇਤਿਹਾਸਕ ਤੌਰ ਤੇ ਠੀਕ ਨਹੀਂ ਹੈਗੀਆਂ ਉਹਨਾਂ ਨੂੰ ਪ੍ਰਮੋਟ ਨਾ ਕੀਤਾ ਜਾਏ, ਉਹਨਾਂ ਨੂੰ ਰੋਕਿਆ ਜਾਏ, ਉਹਦਾ ਵਿਰੋਧ ਕੀਤਾ ਜਾਏ? ਮੈਂ ਅਨੇਕਾਂ ਗੁਰਦੁਆਰੇ ਗਿਣਾ ਸਕਦਾ, ਅੱਜ ਸਾਡਾ ਵਿਸ਼ਾ ਨਹੀਂ ਇਹ, ਜਿਹੜੇ ਆਪਣੇ ਆਪ ਨੂੰ ਬਹੁਤ ਤੁਰਲੇਦਾਰ ਲੀਡਰ ਪੰਥਕ ਕਹਾਉਂਦੇ ਨੇ, ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ। ਕੀ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਦੇ ਸਾਹਮਣੇ
ਕਿਹੋ ਜੀ ਉਦਾਹਰਣ ਸੈੱਟ ਕਰੀ ਚਲੇ ਜਾਂਦੇ ਆ। ਅੱਜ ਬੜਾ ਸੌਖਾ ਹੋ ਗਿਆ ਕਿਸੇ ਦੂਜੇ ਦੇ ਮੋਢੇ ਤੇ ਹੱਥ ਰੱਖ ਕੇ ਕਹਿਣਾ ਇਹ ਤੇਰੀ ਜ਼ਿੰਮੇਵਾਰੀ ਸੀ। ਇਵੇਂ ਨਹੀਂ ਗੱਲ ਬਣਨੀ। ਹੁਣ ਸਮਾਂ ਆ ਗਿਆ, ਹਰ ਕੋਈ ਆਪਣੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੇ। ਦੂਜਿਆਂ ਵੱਲ ਨਾ ਆਸਾਂ ਰੱਖੋ। ਖੁਦ ਤੁਹਾਡੇ ਉੱਤੇ ਵੀ ਉਨੀ ਕੀ ਗੁਰੂ ਦੀ ਬਖਸ਼ਿਸ਼ ਹੈ। ਤੁਸੀਂ ਸਾਰੇ ਵੀ ਉਨੇ ਜ਼ਿੰਮੇਵਾਰ ਹੋ ਜਿੰਨੇ ਬਾਕੀ ਦੇ ਨੇ। ਉਹ ਬੀਬੀ ਜਗੀਰ ਕੌਰ ਕੱਲੀ ਨਹੀਂ ਠੇਕੇਦਾਰ ਪੰਥ ਦੀ, ਤੁਸੀਂ ਵੀ ਉਨੇ ਹੀ ਹੋ। ਇਸ ਕਰਕੇ ਇਹ ਜਿਹੜੀਆਂ ਗਲਤ ਰਵਾਇਤਾਂ ਪੈ ਰਹੀਆਂ ਉਹਨਾਂ ਨੂੰ ਰੋਕਿਆ ਜਾਏ। ਗੁਰਦੁਆਰਿਆਂ ਨੂੰ ਜਿਹੜੇ ਅਸੀਂ ਕਾਰਪੋਰੇਟ ਮਾਡਲ ਤੇ ਚਲਾ ਚਲਾ ਕੇ ਸਿਰਫ ਗੋਲਕ ਇਕੱਠੀ ਕਰਨ ਦੇ ਸਾਧਨ ਬਣਾ ਲਿਆ, ਮੈਨੂੰ ਖਿਮਾ ਕਰਿਓ ਸਖਤ ਸ਼ਬਦ ਵਰਤਣੇ ਪੈ ਰਹੇ ਆ। ਕਿਤੇ ਸਹਿਜ ਪਾਠ ਸੰਗਤਾਂ ਆਪ ਰਲ ਕੇ ਕਰਦੀਆਂ ਹੁੰਦੀਆਂ ਸਨ, ਫਿਰ ਸੰਗਤਾਂ ਨੇ ਆਪਣੀ ਸਹੂਲਤ ਵਾਸਤੇ ਅਖੰਡ ਪਾਠ ਸਾਹਿਬ ਰਖਵਾਉਣੇ ਸ਼ੁਰੂ ਕਰਤੇ। ਅੱਜ ਉਹ ਵੀ ਗਿਆ। ਅੱਜ ਕਹਿੰਦੇ ਜੀ 2 ਘੰਟੇ 'ਚ ਫਾਹਾ ਵੱਢਿਆ ਜਾਂਦਾ। ਮੈਂ ਐਸੇ ਲੋਕਾਂ ਨੂੰ ਜਾਣਦਾ ਜਿਹੜੇ ਇਹ ਸ਼ਬਦ ਵਰਤਦੇ ਨੇ ਕਿ 2 ਘੰਟਿਆਂ 'ਚ ਫਾਹਾ ਜਾਂ ਵੱਢ ਕੇ ਵਿਹਲੇ ਹੋ ਜਾਈਦਾ, ਗੁਰਦੁਆਰੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਲਓ ਤੇ ਕੰਮ ਖਤਮ। ਕਿਹੋ ਜਿਹਾ ਧਰਮ ਹੈ ਇਹ? ਗੁਰੂ ਸਾਹਿਬਾਂ ਨੇ ਸਾਨੂੰ 1430 ਪੰਨੇ ਦਾ ਗੁਰੂ ਗ੍ਰੰਥ ਸਾਹਿਬ ਦਿੱਤਾ, ਜੀਵਨ ਜਿਉਣ ਦਾ ਸਿਧਾਂਤ ਦਿੱਤਾ ਹੈ। ਜੇ ਸੁਖਮਨੀ ਸਾਹਿਬ ਦਾ ਕੀ ਗੱਲ ਖਤਮ ਹੋ ਜਾਂਦੀ ਹੁੰਦੀ ਤੇ ਬਾਕੀ ਫਿਰ ਕੀ ਲੋੜ ਸੀ ਉਹਦੀ ਸਾਰੀ ਬਾਣੀ ਦੀ? ਉਹਦਾ ਪਾਠ ਕੌਣ ਕਰੇਗਾ? ਜਪਜੀ ਕੌਣ ਪੜ੍ਹੇਗਾ? ਆਸਾ ਦੀ ਵਾਰ ਕੌਣ ਪੜ੍ਹੇਗਾ? ਕੌਣ ਸਮਝੇਗਾ ਕਿ ਆਸਾ ਦੀ ਵਾਰ 'ਚ ਗੁਰੂ ਸਾਹਿਬਾਂ ਨੇ ਤੇ ਬਾਕੀ ਗੁਰੂ ਸਾਹਿਬਾਂ ਦੇ ਗੁਰੂ ਅੰਗਦ ਸਾਹਿਬ ਦੇ ਸਲੋਕਾਂ ਦੇ ਵਿੱਚ ਕਿਵੇਂ ਵਹਿਮਾਂ ਭਰਮਾਂ ਨੂੰ ਤੋੜਿਆ ਗਿਆ ਹੈ? ਕਦੋਂ ਸਾਨੂੰ ਸੇਧ ਮਿਲੂਗੀ ਜੇ ਅਸੀਂ ਇੱਥੋਂ ਤੱਕ ਹੀ ਆਪਣੇ ਆਪ ਨੂੰ ਸੀਮਤ ਕਰ ਲੈਣਾ? ਸਾਡੇ ਲਾਗੇ ਇੱਕ ਗੁਰਦੁਆਰਾ ਹੈ, ਉੱਥੇ ਲਾਈਨ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਰੱਖੇ ਜਾਂਦੇ ਨੇ ਵੀਕਐਂਡ ਦੇ ਉੱਤੇ, ਕਿੰਨੇ ਕਿੰਨੇ, ਤੇ ਹਰੇਕ ਦੇ ਕੋਲੋਂ ਇੱਕੋ ਜਿਹੇ ਪੈਸੇ ਲੈ ਲੈਂਦੇ ਨੇ। ਘਰ ਵਾਲੇ ਵੀ ਉਹੋ ਜਿਹੇ, ਕਮੇਟੀਆਂ ਵੀ ਉਹੋ ਜਿਹੀਆਂ ਹੀ, ਤੇ ਅਖੀਰ ਤੇ ਕਿਸੇ ਨੂੰ ਕੀ ਮਿਲਿਆ? ਉਹਨਾਂ ਦੀ ਗੋਲਕ 'ਚ ਪੈਸੇ ਆ ਗਏ, ਉਹਨਾਂ ਦੀ ਰਸੀਦਾਂ ਇਕੱਠੀਆਂ ਗਈਆਂ, ਘਰ ਵਾਲਿਆਂ ਦੀ ਹੋਮੇ ਵਿੱਚ ਵਾਧਾ ਹੋ ਗਿਆ ਕਿ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਲਾਮਾ ਜਿਹਾ ਲਾ ਦਿੱਤਾ ਹੈ। ਉਹ ਭਾਈ ਜੇ ਗੁਰੂ ਨਾਨਕ ਦੇ ਦਰ ਤੇ ਆਏ ਹੋ ਤੇ ਗੁਰੂ ਨਾਨਕ ਦੇ ਰਸਤੇ ਤੇ ਚੱਲਣਾ ਹੈ ਤਾਂ ਫਿਰ ਇਹੋ ਜਿਹੀਆਂ ਆਪ ਹੁਦਰੀਆਂ ਤੇ ਗੁਸਤਾਖੀਆਂ ਨਹੀਂ ਚੱਲਦੀਆਂ। ਇੱਥੇ ਸਿਰ ਦੇਣਾ ਪੈਂਦਾ ਹੈ। ਤੁਸੀਂ ਆਪਣੀ ਮੱਤ ਵੀ ਛੱਡਣ ਨੂੰ ਤਿਆਰ ਨਹੀਂ। ਗੁਰੂ ਦਾ ਸਿਧਾਂਤ ਬੜਾ ਔਖਾ ਹੈ ਤੇ ਉਹਦੇ ਬਦਲੇ ਵਿੱਚ ਗੁਰੂ ਸਭ ਕੁਛ ਹੀ ਦੇ ਦਿੰਦਾ ਹੈ। ਇਸੇ ਸੰਸਾਰ ਦੇ ਵਿੱਚ ਹੀ 3 ਲੋਕਾਂ ਦਾ ਰਾਜ ਮਿਲ ਜਾਂਦਾ ਹੈ ਮਨੁੱਖ ਨੂੰ। ਐਸਾ ਆਨੰਦਮਈ ਜੀਵਨ ਬਣ ਜਾਂਦਾ, ਜਿਹੜਾ ਐਸਾ ਆਨੰਦ ਜਿਹੜਾ ਮੁੜ ਕੇ ਖਤਮ ਹੀ ਨਹੀਂ ਹੁੰਦਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹ ਗੁਰੂ ਦੱਸਦਾ ਆਨੰਦ ਕਿਵੇਂ ਮਿਲਣਾ ਹੈ, ਤੇ ਅਸੀਂ ਸੌਖਾ ਜਿਹਾ ਰਸਤਾ ਲੱਭ ਲਿਆ। ਤਸਵੀਰਾਂ ਖਰੀਦ ਲਓ ਜੀ, ਇਹਦੇ ਮੂਹਰੇ ਧੂਫ ਲਾ ਦਿਓ, ਜੋਤ ਜਗਾ ਦਿਓ ਇਹਦੇ ਮੂਹਰੇ, ਗੁਰਦੁਆਰੇ ਦੀਆਂ ਕੰਧਾਂ ਤੇ ਟੰਗ ਦਿਓ। ਭਾਵੇਂ ਇਤਿਹਾਸ ਦਾ ਖਿਲਵਾੜ ਹੀ ਹੁੰਦਾ ਹੋਵੇ, ਭਾਵੇਂ ਉਹ ਗੁਰਬਾਣੀ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਹੀ ਕਿਉਂ ਨਾ ਹੋਣ, ਬਸ ਅਸੀਂ ਤੇ ਉਹ ਕਰਨਾ ਹੈ ਜੋ ਸਾਨੂੰ ਚੰਗਾ ਲੱਗਦਾ ਹੈ। ਅੱਜ ਮੇਰੀ ਬੇਨਤੀ ਹੈ, ਬਹੁਤ ਕੌੜੀ ਸੱਚਾਈ ਹੈ ਇਹ। ਅਸੀਂ ਇਹੋ ਜਿਹੇ ਹੋ ਗਏ ਹਾਂ, ਦੂਜੇ ਦੇ ਉੱਤੇ ਕਸੂਰ ਕੱਢਦੇ ਹਾਂ, ਦੂਜੇ ਨੂੰ ਜ਼ਿੰਮੇਵਾਰੀ ਦਿੰਦੇ ਹਾਂ, ਆਪ ਝੱਟ ਦੁੱਧ ਧੋਤੇ ਸੁਰਖਰੂ ਹੋ ਜਾਂਦੇ ਹਾਂ। ਅਸੀਂ ਸਾਰੇ ਉਨੇ ਹੀ ਜ਼ਿੰਮੇਵਾਰ ਹਾਂ। ਡਾਕਟਰ ਸਾਹਿਬ, ਅੱਜ ਦਾ ਜੇ ਪ੍ਰੋਗਰਾਮ ਸਾਨੂੰ ਇਹ ਕਰਨਾ ਪਿਆ ਤੇ ਉਹਦਾ ਵੀ ਇਹੀ ਕਾਰਨ ਹੈ। ਅਸੀਂ ਕਿਵੇਂ ਚੁੱਪ ਬੈਠੇ ਰਹੀਏ ਸਾਰਾ ਕੁਝ ਵੇਖ ਕੇ? ਕਿਉਂ ਆਪਣੇ ਇਹਨਾਂ ਨੇ ਮੰਨਣਾ, ਅਸੀਂ ਆਪਣੇ ਦਰਸ਼ਕਾਂ ਨੂੰ ਤਾਂ ਸੁਚੇਤ ਕਰ ਦਈਏ ਨਾ ਕਿ ਇਤਿਹਾਸ ਦੇ ਨਾਲ ਕਿਵੇਂ ਖਲਵਾੜ ਕੀਤਾ ਜਾ ਰਿਹਾ ਹੈ। ਅਸੀਂ ਬ੍ਰਾਹਮਣਵਾਦ ਮਨੂਵਾਦ ਦੀ ਗੱਲ ਕਰਦੇ ਹਾਂ, ਉਹਨਾਂ ਨੇ ਇਤਿਹਾਸ ਵਿਗਾੜਿਆ ਸਾਡਾ, ਅਸੀਂ ਤਾਂ ਆਪ ਵਿਗਾੜੀ ਜਾਂਦੇ ਹਾਂ। ਜਦੋਂ ਮੈਨੂੰ ਇੱਕ ਉਹ ਪ੍ਰੀਤਮ ਸਿੰਘ ਕਾਸਰ ਦੀ ਇੱਕ ਕਵਿਤਾ ਹੁੰਦੀ ਸੀ, ਦੁਸ਼ਮਣਾਂ ਤੇ ਕੀ ਗਿਲਾਏ ਪਾਤਸ਼ਾਹ ਦੇ ਪਾਤਸ਼ਾਹ, ਵੇਚ ਦਿੱਤੀਆਂ ਅੱਜ ਤੇਰੇ ਸਰਦਾਰਾਂ ਖੁਦ ਸਰਦਾਰੀਆਂ। ਜਦ ਅਸੀਂ ਆਪ ਹੀ ਇਹੋ ਕੁਛ ਕਰਨ ਵਾਸਤੇ ਲੱਗੇ ਹੋਏ ਹਾਂ ਤੇ ਅਸੀਂ ਡਾਕਟਰ ਸਾਹਿਬ ਬੜਾ ਪ੍ਰਚਾਰ ਕੀਤਾ ਹੈ। RSS ਨੇ ਆਹ ਕਰ ਦਿੱਤਾ ਹੈ, BJP ਨੇ ਆਹ ਕਰ ਦਿੱਤਾ ਹੈ, ਮੋਦੀ ਨੇ ਉਹ ਕਰ ਦਿੱਤਾ ਹੈ, ਸਾਡਾ ਆਹ ਕਰ ਦਿੱਤਾ ਹੈ, ਸਾਡਾ ਉਹ ਕਰ ਦਿੱਤਾ ਹੈ। ਭਾਈ ਉਹ ਵਿਰੋਧੀ ਵਿਚਾਰਧਾਰਾ ਹੈ, ਉਹ ਆਪਣੇ ਤੌਰ ਤੇ ਕਰਨ ਦਾ ਯਤਨ ਕਰਨਗੇ, ਪਰ ਅਸੀਂ ਕਿਹੜੀ ਘੱਟ ਕੀਤੀ ਹੈ? ਇਹਦੇ ਵੱਲ ਵੀ ਤਾਂ ਨਿਗਾਹ ਮਾਰ ਕੇ ਵੇਖ ਲਈਏ ਨਾ। ਕਹਿੰਦੇ ਨੇ ਵੀ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ, ਦੂਜੇ ਨੂੰ ਅਲਾਮਾ ਬਾਅਦ ਵਿੱਚ ਦੇਣਾ ਚਾਹੀਦਾ ਹੈ। ਹਾਂਜੀ ਡਾਕਟਰ ਸਾਹਿਬ। ਇਹ ਕਾਫੀ ਪੁਆਇੰਟਸ ਹਨ ਜਿਹੜੇ ਭਾਈ ਸਾਹਿਬ ਨੇ ਸਾਰੇ ਸਮਾਪਤ ਕਰ ਦਿੱਤੇ ਨੇ ਇੱਕ ਵਾਰੀ, ਕਿ ਜਿਹੜਾ ਮਸਲਾ ਸੀ ਕੇਸਗੜ੍ਹ ਸਾਹਿਬ ਦਾ, ਦੁਬਾਰਾ ਮੈਂ ਉੱਤੇ ਗੱਲ ਕਰਨੀ ਚਾਹਾਂਗਾ। ਸੌਰੀ, ਹਾਂਜੀ। ਉਹਦੇ ਵਿੱਚ ਨੇਕੀ ਮਟਰਾਂ ਵਾਲਾ ਬਠਿੰਡੇ ਤੋਂ ਅੱਜ ਫੜਿਆ ਹੈ ਅਤੇ ਉਹਦੀ ਜੀ ਦਿਮਾਗ ਸੰਤੁਲਨ ਠੀਕ ਨਹੀਂ ਸੀ। ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਵੀ ਕੋਈ ਬੇਅਦਬੀ ਹੁੰਦੀ ਹੈ, ਪੁਲਿਸ ਫੜਦੀ ਹੈ ਤੇ ਉਹਦਾ ਸਾਰਿਆਂ ਦਾ ਦਿਮਾਗੀ ਸੰਤੁਲਨ ਖਰਾਬ ਹੁੰਦਾ ਜੀ। ਕਿਉਂ ਨਹੀਂ ਜਿਹੜੇ ਸੇਵਾਦਾਰ ਨੇ
ਆ ਦੂਸਰੇ ਧਰਮਾਂ ਦੀ ਗੱਲ ਕਰ ਲਓ। ਕੁਰਾਨ ਸ਼ਰੀਫ ਦਾ ਕੋਈ ਬੇਅਦਬੀ ਕਰੇ, ਕਦੀ ਸੁਣਿਆ ਹੈ ਕਿ ਇਹੋ ਜਿਹੀ ਗੱਲ ਹੋਵੇ? ਹੋਰ ਗ੍ਰੰਥਾਂ ਦੀ ਤਾਂ ਧੌਣ ਲਾ ਦਿੰਦੇ ਨੇ ਉੱਥੇ ਹੀ। ਤੇ ਸਾਡੇ ਹਾਂਜੀ ਉਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ, ਉਹਦੀ ਜ਼ਮਾਨਤ ਹੋ ਗਈ, ਕੱਲ ਨੂੰ ਫੇਰ ਸਹੀ। ਰੋਜ਼ ਬੇਅਦਬੀਆਂ ਹੁੰਦੀਆਂ ਨੇ, ਕਦੋਂ ਤੱਕ ਅਸੀਂ ਸੁੱਤੇ ਰਹਾਂਗੇ? ਇਹ ਸਾਨੂੰ ਜਿੱਥੇ ਆਪ ਜਾਗਣਾ ਪੈਣਾ ਹੈ। ਦੁਬਾਰਾ ਫਿਰ ਮੈਂ ਕਹਾਂਗਾ ਸ਼੍ਰੋਮਣੀ ਕਮੇਟੀ ਇਹ ਜ਼ਿੰਮੇਵਾਰ ਹੈ, ਖਾਸ ਕਰਕੇ ਤਖਤਾਂ ਦੀ, ਜਿੱਥੇ ਦਾ ਚੜਾਵਾ ਉਹ ਚੁੱਕਦੇ ਨੇ, ਸਿਰਫ ਚੌਧਰਾਂ ਵਾਸਤੇ ਨਹੀਂ, ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਤੇ ਇਹਨਾਂ ਚੀਜ਼ਾਂ ਦਾ ਸਵਾਲਾਂ ਜਵਾਬ ਅਸੀਂ ਉਹਨਾਂ ਤੋਂ ਮੰਗਾਂਗੇ ਕਿ ਉਹਨਾਂ ਦੇ ਸੇਵਾਦਾਰਾਂ ਨੇ ਕਿਉਂ ਨਹੀਂ ਉੱਥੇ ਫੜ ਕੇ ਉਹਨੂੰ ਚਾੜਾ ਛਕਾਇਆ ਉਸ ਵੇਲੇ। ਡਾਕਟਰ ਸਾਹਿਬ, ਜਿਹੜੀ ਲੇਟੈਸਟ ਅਪਡੇਟ ਹੈ ਉਹ ਮੈਨੂੰ ਇਸ ਤਰ੍ਹਾਂ ਪਤਾ ਲੱਗਾ, ਕਿਉਂਕਿ ਮੈਂ ਉਦੋਂ ਉਸ ਵੇਲੇ ਤੇ ਹੈ ਨਹੀਂ ਸੀਗਾ, ਕਿ ਉਹਨੂੰ ਉੱਥੋਂ ਸੇਵਾਦਾਰਾਂ ਨੇ ਪਕੜ ਲਿਆ ਸੀ। ਪਕੜ ਕੇ ਉਹਨੂੰ ਪੁਲਿਸ ਦੇ ਹਵਾਲੇ ਜਦੋਂ ਕੀਤਾ ਤੇ ਬਾਹਰ ਕਾਰ ਪਾਰਕ ਦੇ ਵਿੱਚ ਉਹਦੀ ਕਾਰ ਖੜੀ ਸੀ, ਜਿਹਦੇ ਵਿੱਚ ਚਾਬੀਆਂ ਸਨ ਕਾਰ ਦੇ ਵਿੱਚ। ਕਾਰਨ ਇਹ ਮੰਨਿਆ ਗਿਆ ਕਿ ਇਹ ਭੱਜਣ ਵਾਸਤੇ ਤਿਆਰੀ ਕੀਤੀ ਸੀ, ਵੀ ਫਟਾਫਟ ਕਾਰ ਸਟਾਰਟ ਕਰਕੇ ਦੌੜ ਜਾਣਾ ਹੈ। ਪਰ ਖੁੱਲੀ ਕਾਰ ਛੱਡ ਕੇ, ਚਾਬੀਆਂ ਛੱਡ ਕੇ ਕੋਈ ਨਹੀਂ ਜਾਂਦਾ, ਤੇ ਪੁਲਿਸ ਨੇ ਸ਼ੱਕ ਕੀਤਾ ਕਿ ਇਹਦੇ ਨਾਲ ਕੋਈ ਹੋਰ ਬੰਦਾ ਵੀ ਸੀ। ਜਦੋਂ ਉਹਦੀ ਇਨਕੁਆਇਰੀ ਕੀਤੀ ਗਈ ਹੈ ਤੇ ਉਹ ਬਠਿੰਡੇ ਡਿਸਟ੍ਰਿਕਟ ਦਾ ਹੈ, ਤੇ ਉਹਦਾ ਜਿਹੜਾ ਇਸ ਬੰਦੇ ਦਾ ਪਿਓ ਹੈ, ਉਹ ਜਿਹੜਾ ਸੱਚੇ ਸੌਦੇ ਵਾਲਾ ਡੇਰਾ ਹੈ, ਉਹਦੀ ਇੱਕ ਖਾਸ ਕਮੇਟੀ ਹੈ, ਉਹਦਾ ਉਹ ਮੈਂਬਰ ਹੈ, ਉਹਦੇ ਮੈਂਬਰ ਦਾ ਮੁੰਡਾ ਹੈ। ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੈ, ਜਦੋਂ ਉੱਥੇ ਕੇਸਗੜ੍ਹ ਸਾਹਿਬ ਜਿਹੜਾ ਉੱਥੇ ਦਾ ਮੈਨੇਜਰ ਹੈ, ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਇੱਕ ਦੋ ਉੱਥੇ ਐਗਜ਼ੈਕਟਿਵ ਕਮੇਟੀ ਦਾ ਇੱਕ ਮੈਂਬਰ ਹੈ, ਉਹਨੇ ਪ੍ਰੈਸ ਕਾਨਫਰੰਸ ਕੀਤੀ ਵੀ ਇਹ ਬਹੁਤ ਮਾੜੀ ਘਟਨਾ ਹੋਈ, ਇਹ ਤੇ ਸਿਆਸਤ ਨਾ ਕੀਤੀ ਜਾਏ। ਇਹ ਸ਼ਬਦ ਨੋਟ ਕਰਨ ਯੋਗ ਹੈ, ਇਹ ਤੇ ਸਿਆਸਤ ਨਾ ਕੀਤੀ ਜਾਏ। ਕਾਹਦੀ ਸਿਆਸਤ ਭਾਈ? ਮੈਨੂੰ ਇਹ ਲੱਗਦਾ ਹੈ, ਡਾਕਟਰ ਸਾਹਿਬ ਮੈਨੂੰ ਖਿਮਾ ਕਰਿਓ, ਮੈਂ ਗਲਤ ਹੋ ਸਕਦਾ, ਹਾਲੇ ਇਨੀਸ਼ੀਅਲ ਸਟੇਜ ਤੇ ਹੈ, ਇਹਦੇ ਪਿੱਛੇ ਵੀ ਕੋਈ ਵੋਟਾਂ ਦੀ ਰਾਜਨੀਤੀ ਹੈ। ਇਹਦੇ ਪਿੱਛੇ ਵੀ ਵੋਟਾਂ ਦੀ ਰਾਜਨੀਤੀ ਕਰਨ ਵਾਸਤੇ ਉਹਨੂੰ ਇਸ ਤਰੀਕੇ ਨਾਲ ਜੋੜ ਦਿੱਤਾ ਗਿਆ ਹੈ। ਉਹਦੀ ਜ਼ਮਾਨਤ ਹੋ ਗਈ ਹੈ ਕਿ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਦਿਮਾਗੀ ਤੌਰ ਤੇ ਬਿਮਾਰ ਹੈ, ਪਰ ਉਹਦਾ ਜਿਹੜਾ ਕਨੈਕਸ਼ਨ ਜੁੜਦਾ ਹੈ, ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਅੱਜ ਚੱਲ ਰਿਹਾ ਹੈ, ਅੱਜ ਸਵੇਰ ਤੋਂ ਹੀ ਉਹਦੇ ਵਿੱਚ ਬਹੁਤ ਕੁਝ ਜਿਹੜਾ ਹੁੰਦਾ ਉਹਨੂੰ ਛਾਣਨਾ ਲਾ ਕੇ ਵੇਖਣਾ ਹੁੰਦਾ, ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਇਹ ਸਾਰਾ ਕੁਛ ਹੀ ਜਿਹੜਾ ਹੈ, ਅਸੀਂ ਮਤਲਬ ਵੋਟਾਂ ਦੀ ਸਿਆਸਤ ਕਰਕੇ ਸਾਡੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਪੰਥਕ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ। ਇਹਨਾਂ ਨੂੰ ਸੁਰਤ ਨਾ ਆਈ, ਉਹਨਾਂ ਨੇ ਐਲਾਨ ਕਰਕੇ, ਚੈਲੰਜ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਕਈ ਸੱਜਣ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥੋੜ੍ਹਾ ਹੋ ਸਕਦੀ ਹੁੰਦੀ ਹੈ। ਉਹ ਭਾਈ ਕਿੱਥੇ ਭੁੱਲੇ ਫਿਰਦੇ ਹੋ ਤੁਸੀਂ? ਉਹਨਾਂ ਨੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਨਹੀਂ ਕੀਤਾ, ਉਹਨਾਂ ਨੇ ਇਸ਼ਤਿਹਾਰ ਨਹੀਂ ਲਾਏ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬਾਹਰ ਗਲੀਆਂ ਵਿੱਚ ਨਹੀਂ ਰੋਲੇ। ਹੋਰ ਬੇਅਦਬੀ ਕੀ ਹੁੰਦੀ ਹੈ? ਤੇ ਉਹਦੇ ਪਿੱਛੇ ਸਾਰੀ ਦੀ ਸਾਰੀ ਵੋਟਾਂ ਦੀ ਸਿਆਸਤ ਸੀ। ਕੋਈ ਵੀ ਆ ਜਾ, ਚਾਹੇ ਚਿੱਟਾ ਤੇ ਚਾਹੇ ਨੀਲਾ, ਅਜੇ ਤੱਕ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ। ਇਹ ਜਿਹੜੀ ਚੱਲ ਰਹੀ ਗੱਲ ਹੈ, ਇਹ ਬਹੁਤੀ ਦੇਰ ਨਹੀਂ ਚੱਲਣੀ। ਉਦੋਂ ਵੀ ਸਿੱਖ ਸੰਗਤਾਂ ਉੱਠੀਆਂ ਸਨ ਰੋਹ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਉਸ ਵੇਲੇ ਬੇਅਦਬੀ ਤੋਂ ਬਾਅਦ ਸੰਗਤਾਂ ਦਾ ਰੋਹ ਜਿਹੜਾ ਸੀ, ਉਹਨੂੰ ਵੀ ਉਸੇ ਵੋਟਾਂ ਦੀ ਸਿਆਸਤ ਨੇ ਇਸ ਢੰਗ ਦੇ ਨਾਲ ਸ਼ਿਕਾਰ ਬਣਾਇਆ ਹੈ ਕਿ ਉਸ ਰੋਹ ਨੂੰ ਠੰਡਾ ਕਰਨ ਵਾਲੇ ਜਿਹੜੇ ਦੋ ਵੱਡੇ ਚੋਲੇਦਾਰ ਸਨ, ਉਹ ਆਪਸ ਦੇ ਵਿੱਚ ਪੈਸੇ ਵੰਡਣ ਤੋਂ ਲੜਦੇ ਰਹੇ। ਤੂੰ ਇੰਨੇ ਲੱਖ ਆ ਗਿਆ, ਤੂੰ ਇੰਨੇ ਲੱਖ ਆ ਗਿਆ। ਸਾਰੇ ਸੰਸਾਰ ਨੇ ਸੋਸ਼ਲ ਮੀਡੀਆ ਤੇ ਉਹ ਵੀਡੀਓਜ਼ ਵੇਖੀਆਂ। ਮਤਲਬ ਇਹ, ਜਦੋਂ ਆਗੂ, ਗੁਰੂ ਨਾਨਕ ਸਾਹਿਬ ਨੇ ਇਹੀ ਕਿਹਾ ਸੀ, ਅੰਨਾ ਆਗੂ ਜੇ ਥੀਏ ਸਭ ਸਾਥ ਮੁਹਾਵੈ। ਜਦੋਂ ਆਗੂ ਬੇਈਮਾਨ ਹੋ ਜਾਏ ਤਾਂ ਉਸ ਵੇਲੇ ਫਰਜ਼ ਬਣਦਾ ਹੈ ਕਿ ਸਧਾਰਨ ਸਿੱਖ ਜਿਹੜਾ ਹੈ, ਸਧਾਰਨ ਮਨੁੱਖ ਹੈ ਜਿਹੜਾ, ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੇ। ਅਸੀਂ ਠੀਕ ਹੈ ਭਾਈ ਸਾਹਿਬ, ਤੁਸੀਂ ਆਖਿਆ ਕਿ ਇਹ ਤੇ ਸਿਆਸਤ ਖੇਲੀ ਜਾ ਰਹੀ ਹੈ। ਮੈਨੂੰ ਏਦਾਂ ਲੱਗਦਾ ਸਿਆਸਤ ਖੇਲੀ ਜਾ ਰਹੀ ਹੋਵੇ, ਸੇਵਾਦਾਰਾਂ ਨੇ ਇਹਨੂੰ ਫੜਿਆ, ਕੀ ਸੇਵਾਦਾਰਾਂ ਦੀ ਅਣਖ ਨਹੀਂ ਜਾਗੀ? ਉਹਨੂੰ ਫੜ ਕੇ ਉੱਥੇ ਪੁਲਿਸ ਦੇ ਦਿੱਤਾ, ਉਹਨਾਂ ਤੋਂ ਚਾੜ੍ਹਨ ਛਕਾ ਹੋਇਆ, ਅਣਖ ਨਹੀਂ ਜਾਗੀ? ਗੁਰੂ ਸਾਹਿਬ ਦਾ ਸਾਹਮਣੇ ਨਿਰਾਦਰੀ ਹੋਵੇ, ਸਿੱਖ ਅੰਮ੍ਰਿਤਧਾਰੀ ਹੋਵੇ, ਉਹ ਵੀ ਕੇਸਗੜ੍ਹ ਦਾ, ਤੇ ਉਹ ਬਸ ਦੇਖੀ ਜਾਵੇ। ਇਹ ਸਭ ਕੁਝ ਜੋ ਕੁਝ ਹੋ ਰਿਹਾ ਹੈ, ਜਿਸ ਤਰ੍ਹਾਂ ਤੁਸੀਂ ਆਖਿਆ ਹੈ, ਇਹ ਕਰਾਇਆ ਜਾ ਰਿਹਾ ਹੈ। ਹਾਂ, ਕੀਤਾ ਨਹੀਂ, ਇਹ ਕਰਾਇਆ ਜਾ ਰਿਹਾ। ਵੋਟਾਂ ਬਦਲੇ, ਤੇ ਜਿਹਨਾਂ ਨੂੰ ਅਸੀਂ ਦੋਸ਼ੀ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ, ਸ਼ਾਇਦ ਉਹ ਆਪ ਹੀ ਕਰਾ ਰਹੀ ਹੋਵੇ, ਸ਼ਾਇਦ
ਮੈਂ ਲਫ਼ਜ਼ ਵਰਤਿਆ। ਇਹ ਤੁਸੀਂ ਆਪ ਸਮਝ ਲੈਣਾ ਕਿ ਐਡੀ ਵੱਡੀ ਘਟਨਾ ਤੇ ਬਸ ਜੀ ਉਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ। ਖੈਰ, ਇਹ ਸਾਡਾ ਫਰਜ਼ ਬਣਦਾ ਸੀਗਾ ਤੇ ਉਹਦਾ ਸਮਾਂ ਕੀ ਦੱਸਦਾ ਹੈ। ਤੇ ਦੂਸਰੀ ਭਾਈ ਸਾਹਿਬ ਜਿਹੜੀ ਗੱਲ ਕੀਤੀ ਹੈ ਕਿ ਆਹ ਜੋ ਪ੍ਰੋਗਰਾਮ ਕਰਨ, ਅਸੀਂ ਸਿਰਫ ਜਿਹੜੀਆਂ ਇੱਥੇ ਆਪਾਂ ਰੋਹ ਰੀਤਾਂ ਬਦਲ ਕੇ ਸਿੱਖ ਰੋਹ ਰੀਤਾਂ ਚੱਲੀਆਂ ਆਉਂਦੀਆਂ ਆਪਣੇ ਸੁੱਖ ਕਰਕੇ, ਆਪਣੇ ਆਰਾਮ ਵਾਸਤੇ ਉਹਨਾਂ ਨੂੰ ਬਦਲੀ ਜਾ ਰਹੇ ਹਾਂ, ਉਹ ਤੁਹਾਡੇ ਤੱਕ ਦੱਸਣ ਵਾਸਤੇ ਅਸੀਂ ਇੱਥੇ ਆ ਸਮਾਂ ਲੈਣਾ ਆ ਤਾਂ ਕਿ ਆਪਾਂ ਸੁਚੇਤ ਹੋ ਸਕੀਏ ਤੇ ਇਹ ਲੀਹਾਂ ਨਾ ਪੈਣ। ਆ ਲੀਹਾਂ ਜੋ ਪੈ ਗਈਆਂ ਨੇ, ਭਾਈ ਸਾਹਿਬ ਨੇ ਦੱਸਿਆ ਇਸ ਪਹਿਲਾਂ ਪੁੱਛਿਆ ਸੀਗਾ ਕਿ ਅਖੰਡ ਪਾਠ ਪਹਿਲਾਂ ਕਦੋਂ ਹੋਇਆ। ਭਾਈ ਸਾਹਿਬ ਜੀ ਕਹਿੰਦੇ 1746 ਵਿੱਚ ਜਦੋਂ ਵੱਡਾ ਘੱਲੂਘਾਰਾ ਹੋਇਆ। ਭਾਈ ਸਾਹਿਬ ਉਦੋਂ ਛੋਟਾ ਘੱਲੂਘਾਰਾ ਹੋਇਆ, ਉਦੋਂ ਅਖੰਡ ਪਾਠ ਹੋਇਆ। ਗੁਰੂ ਸਾਹਿਬ ਨੇ ਆਖਿਆ ਸੀ ਆਪਣੇ ਸਿੱਖਾਂ ਨੂੰ, ਹਰ ਗੁਰਸਿੱਖ ਬਾਣੀ ਆਪ ਪੜ੍ਹੇ, ਜੇ ਨਹੀਂ ਪੜ੍ਹ ਸਕਦਾ ਸੁਣੇ। ਸਹਿਜ ਪਾਠਾਂ ਦੀ ਚੱਲੀ ਸੀ, ਆਪ ਬਾਣੀ ਪੜ੍ਹੋ। ਛੋਟਾ ਘੱਲੂਘਾਰਾ ਹੋਇਆ, ਉੱਥੇ ਸਿੱਖਾਂ ਨੇ ਇਕੱਠੇ ਹੋ ਕੇ ਜੀ ਜੰਗਲਾਂ ਦੀਆਂ ਮਨਾਂ ਦਾ ਸੀ, ਇਕੱਠੇ ਹੋ ਕੇ ਬਾਣੀ ਪੜ੍ਹਨ ਲੱਗ ਪਏ ਤੇ ਅਖੰਡ ਪਾਠ ਹੋ ਗਏ। ਤੇ ਅੱਜ ਇਸ ਤਰ੍ਹਾਂ ਅਸੀਂ ਡਾਕਟਰ ਸਾਹਿਬ ਇਸ ਤਰ੍ਹਾਂ ਸੀ ਜੀ ਉਸ ਵੇਲੇ ਜੰਗਲ ਨੂੰ ਘੇਰਾ ਪਿਆ ਹੋਇਆ ਸੀ, ਲਖਪਤ ਰਾਏ ਨੇ ਘੇਰਾ ਪਾਇਆ ਹੋਇਆ ਸੀ, ਕਿਸੇ ਸਮੇਂ ਵੀ ਹਮਲਾ ਹੋ ਸਕਦਾ ਸੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੜੇ ਕਰਮਾਂ ਨਾਲ ਮਿਲਦਾ ਹੁੰਦਾ ਸੀ। ਜੰਗਲ ਦੇ ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਇਆ। ਉਹਨਾਂ ਸੋਚਿਆ ਸਹਿਜ ਪਾਠ ਕਰਨ ਨੂੰ ਸਮਾਂ ਜ਼ਿਆਦਾ ਲੱਗ ਜਾਣਾ ਹੈ, ਬਾਣੀ ਦਾ ਆਸਰਾ ਲੈਣਾ ਹੈ, ਪਤਾ ਨਹੀਂ ਜਿਉਂਦਿਆਂ ਨੇ ਜੰਗਲ ਚੋਂ ਬਾਹਰ ਨਿਕਲ ਸਕਣਾ ਕਿ ਨਹੀਂ ਨਿਕਲ ਸਕਣਾ। ਗੁਰੂ ਦਾ ਓਟ ਆਸਰਾ ਲੈਣ ਵਾਸਤੇ ਆਓ ਬਾਣੀ ਦੇ ਨਾਲ ਜੁੜੀਏ, ਸਾਰੇ ਬਾਣੀ ਪੜ੍ਹੀਏ ਤੇ ਬਾਣੀ ਸੁਣੀਏ। ਲਗਾਤਾਰ ਉਹਨਾਂ ਨੇ ਬੈਠ ਕੇ ਬਾਣੀ ਸੁਣੀ, ਪੜ੍ਹਨ ਵਾਲਿਆਂ ਨੇ ਪੜ੍ਹੀ, ਬਾਕੀਆਂ ਨੇ ਸੁਣੀ ਸਾਰੀ ਬਾਣੀ। ਭੋਗ ਪਾਇਆ, ਭੋਗ ਪਾਉਣ ਤੋਂ ਬਾਅਦ ਜੰਗਲ ਨੂੰ ਅੱਗ ਲੱਗੀ ਹੋਈ ਸੀ, ਉਹਦੇ ਵਿੱਚੋਂ ਲੜਦੇ ਭਿੜਦੇ ਬਹੁਤ ਸਾਰੇ ਸ਼ਹੀਦ ਹੋ ਗਏ, ਥੋੜੇ ਜਿਹੇ ਬਚੇ। ਭੀੜ ਦਾ ਸਮਾਂ ਸੀ, ਉਹ ਤਾਂ ਕਰਵਾਇਆ ਗਿਆ ਸੀਗਾ ਉਸ ਵੇਲੇ। ਉਹਨਾਂ ਨੇ ਸੁਣਿਆ ਸੀ, ਹਾਂਜੀ ਅਖੰਡ ਪਾਠ ਉਹਨਾਂ ਸੁਣਿਆ ਸੀ। ਅੱਜ ਅਸੀਂ ਪਾਠ ਰਖਵਾ ਕੇ ਬਾਣੀ ਸੁਣੀ, ਪੜ੍ਹੀ ਵੀ ਤੇ ਸੁਣੀ ਵੀ। ਅੱਜ ਜਿਹੜੀ ਤਰਾਸਗੀ ਹੈ, ਜਿਹਦੀ ਗੱਲ ਕਰਨੀ ਚਾਹੁੰਦੇ ਆ ਕਿ ਅਸੀਂ ਅੱਜ ਅਖੰਡ ਪਾਠ ਤੋਂ ਲਿਆ ਕੇ ਸੁਖਮਨੀ ਸਾਹਿਬ ਦਾ ਪਾਠ ਘੰਟੇ ਵਿੱਚ ਹੋ ਜਾਂਦਾ ਹੈ। ਚਲੋ ਜੀ, ਸੁਖਮਨੀ ਸਾਹਿਬ ਦਾ ਪਾਠ, ਕਿਸੇ ਦਾ ਜਨਮ ਦਿਨ ਹੋਵੇ, ਕੋਈ ਖੁਸ਼ੀ ਦਾ, ਸੁਖਮਨੀ ਸਾਹਿਬ ਦੇ ਪਾਠ ਤੇ ਆ ਜਾਂਦੇ। ਗੱਲ ਇੱਥੇ ਨਹੀਂ ਮੁੱਕਦੀ, ਅਗਾਂਹ ਫਿਊਚਰ ਦੇਖੋ। ਕੱਲ ਨੂੰ ਕਹੋਗੇ ਜਪਜੀ ਸਾਹਿਬ ਦਾ ਪਾਠ ਕਰ ਲਓ ਜੀ, ਸੁਖਮਨੀ ਸਾਹਿਬ ਦੇ ਮੁੱਕ ਜਾਂਦਾ। ਉਹ ਕਿੱਧਰ ਨੂੰ ਤੁਰ ਪਏ ਆ ਸਿੱਖੋ। ਗੁਰੂ ਸਾਹਿਬ ਨੇ ਆਖਿਆ ਹੈ ਕਿ ਦਸਵੰਧ ਕੱਢੋ ਘੱਟੋ ਘੱਟ 2.5 ਘੰਟੇ, ਤੇ ਅਸੀਂ ਉਹ 10 ਮਿੰਟ ਵੀ ਨਹੀਂ ਕੱਢ ਸਕਦੇ। ਹੁਣ ਅਸੀਂ ਸੁਖਮਨੀ ਸਾਹਿਬ ਦਾ ਪਾਠ ਘੰਟੇ ਵਿੱਚ ਹੋ ਜਾਂਦਾ ਜੀ, ਚਲੋ ਜੀ ਆ ਫਲਾਣੇ ਦਾ ਆਹ ਦਿਨ ਆ। ਇਸ ਰੀਤ ਨੂੰ ਰੋਕਣਾ, ਕਹਿੰਦੇ ਹੁੰਦੇ ਸਿਆਣੇ ਕਹਿੰਦੇ ਨੇ, ਮੈਂ ਸਹਿ ਨੂੰ ਨਹੀਂ ਪੈਸੇ ਨੂੰ ਰੋਣਾ। ਕਿ ਜਿਹੜੀ ਆ ਰੀਤ ਆਪਾਂ ਚੱਲ ਪਈ ਹੈ, ਆਹ ਇੰਗਲੈਂਡ ਦੇ ਵਿੱਚ ਤਾਂ ਘੱਟੋ ਘੱਟ ਠੱਲ ਪਾ ਲਓ। ਠੀਕ ਹੈ, ਗੁਰਬਾਣੀ ਪੜ੍ਹਨੀ ਹੈ, ਸੁਖਮਨੀ ਪੜ੍ਹਨਾ ਸਾਰਿਆਂ ਨੇ, ਪਰ ਜਦੋਂ ਸੁਖਮਨੀ ਸਾਹਿਬ ਪਾਠ ਹੁੰਦਾ ਕਿ ਸਾਰੇ ਤੁਸੀਂ ਬੈਠ ਕੇ ਪੜ੍ਹਦੇ ਹੁੰਦੇ ਹੋ, ਉਹੀ ਭੋਗ ਵੇਲੇ ਜਾਂਦੇ ਨਾ। ਆਹ ਰੀਤਾਂ ਜੇ ਆਪਾਂ ਠੱਲਣੀਆਂ ਨੇ, ਜੇ ਆਪਾਂ ਚਾਹੁੰਦੇ ਹਾਂ ਕਿ ਆਪਣੇ ਆਉਣ ਵਾਲੀ ਜਨਰੇਸ਼ਨ ਗੁਰੂ ਨਾਲ ਜੁੜੀ ਰਵੇ, ਗੁਰਬਾਣੀ ਨਾਲ ਜੁੜੀ ਰਵੇ, ਤੇ ਆਹ ਸਾਨੂੰ ਅੱਜ ਕੁਝ ਉਪਰਾਲੇ ਕਰਨੇ ਪੈਣੇ ਨੇ। ਤੇ ਭਾਈ ਸਾਹਿਬ ਜੀ, ਸਮਾਂ ਆਪਣੇ ਕੋਲ ਸਮਾਪਤ ਹੋ ਗਿਆ। ਗੱਲਾਂ ਇੱਕ ਦੋ ਹੋ ਰਹਿੰਦੀਆਂ ਸੀ, ਅਗਲੇ ਪ੍ਰੋਗਰਾਮ ਵਿੱਚ ਫਿਰ ਕਰਾਂਗੇ। ਉਹਦੇ ਨਾਲ ਡਾਕਟਰ ਸਾਹਿਬ ਇੱਕ ਗੱਲ ਐਡ ਕਰ ਲਓ ਵੀ ਬੱਚੇ ਦਾ ਜਨਮ ਦਿਨ ਹੈ ਤੇ ਗੁਰਦੁਆਰੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਹੈ, ਤੇ ਉਦੋਂ ਬਾਅਦ ਵਿੱਚ ਕੇਕ ਕੱਟ ਸੈਰਾਮਨੀ ਵੀ ਹੋਣੀ ਹੈ। ਜ਼ੋਰ ਤਾਂ ਕੇਕ ਕੱਟਣ ਤੇ ਲੱਗਾ ਹੋਇਆ ਹੈ, ਬਾਣੀ ਸੁਣਨ ਤੇ ਥੋੜ੍ਹਾ ਲੱਗਾ ਹੋਇਆ। ਉਹ ਤਾਂ ਐਵੇਂ ਬਾਬੇ ਦਾ ਆਲਾਮਾ ਲਾਉਣਾ, ਲੋਕਾਂ ਨੂੰ ਦੱਸਣਾ ਵੀ ਅਸੀਂ ਬਾਬੇ ਦਾ ਵੀ ਆਲਾਮਾ ਲਾ ਦਿੱਤਾ, ਕਿਤੇ ਬਾਬਾ ਗੁੱਸੇ ਨਾ ਹੋ ਜਾਏ। ਬਾਣੀ ਬਾਬੇ ਵਾਸਤੇ ਨਹੀਂ ਪੜ੍ਹਨੀ, ਆਪਣੇ ਵਾਸਤੇ ਪੜ੍ਹਨੀ ਹੈ, ਆਪਣੇ ਜੀਵਨ ਵਾਸਤੇ ਪੜ੍ਹਨੀ ਹੈ। ਐਵੇਂ ਬਹਾਨੇ ਦੀ ਗੱਲ ਨਾ ਕਰੀਏ। ਇੱਥੇ ਤਾਂ ਮਤਲਬ ਆਪਣੀ ਮੱਤ ਤਿਆਗ ਕੇ ਗੁਰੂ ਦੇ ਲੜ ਲੱਗਣਾ ਪੈਂਦਾ ਹੈ, ਫਿਰ ਬਖਸ਼ਿਸ਼ ਹੋਣੀ ਹੈ। ਫਿਰ ਅਸੀਂ ਆਲਾਮੇ ਦਿੰਦੇ ਹਾਂ, ਪਤਾ ਨਹੀਂ ਗੁਰੂ ਸਾਡੇ ਨਾਲ ਕਿਉਂ ਦੁਸ਼ਮਣੀ ਹੈ, ਸਾਡੇ ਨਾਲ ਕਿਉਂ ਬੈਰ ਹੈ। ਬਾਕੀ ਸਾਰਿਆਂ ਦੇ ਕੰਮ ਹੋਈ ਜਾਂਦੇ ਨੇ, ਸਾਡਾ ਕੰਮ ਹੀ ਨਹੀਂ ਬਣਦਾ। ਜਦੋਂ ਨੀਤਾਂ ਇਹੋ ਜਿਹੀਆਂ ਹੋਣਗੀਆਂ, ਬਿਰਤੀਆਂ ਇਹੋ ਜਿਹੀਆਂ ਹੋਣਗੀਆਂ, ਸੋਚਾਂ ਇਹੋ ਜਿਹੀਆਂ ਹੋਣਗੀਆਂ, ਫਿਰ ਬਖਸ਼ਿਸ਼ ਦੀ ਆਸ ਨਹੀਂ ਕਰਨੀ ਚਾਹੀਦੀ। ਹਾਂਜੀ ਡਾਕਟਰ ਸਾਹਿਬ। ਸੋ ਇਹ ਮੈਂ ਦੁਬਾਰਾ ਫਿਰ ਬੇਨਤੀ ਕਰ ਦੇਵਾਂ, ਕਿਸੇ ਨੂੰ ਲਾ ਕੇ ਗੱਲ ਨਹੀਂ ਕੀਤੀ। ਅਸੀਂ ਗੱਲ ਕਰ ਰਹੇ ਹਾਂ ਜੋ ਜਿੱਧਰ ਨੂੰ ਦੇਖਦੇ ਹਾਂ, ਜੋ ਕੁਛ ਹੋ ਰਿਹਾ ਹੈ, ਕੁਝ ਨਾ ਕੁਝ ਜੇ ਠੱਲ ਪਾ ਸਕੀਏ ਤੇ ਅਸੀਂ ਸਮਝਾਂਗੇ ਕਿ ਅਸੀਂ ਸਾਡੇ ਚੰਗੇ ਭਾਗ ਨੇ, ਕੁਝ ਹੋ ਗਿਆ। ਗੁਰਬਾਣੀ ਪੜ੍ਹਨ ਲਾ ਦਿੱਤੀ,
ਜਿਸ ਗੁਰਬਾਣੀ ਤੋਂ ਦੂਰ ਜਾ ਰਹੇ ਹਾਂ, ਜੇ ਠੱਲ ਪਾ ਦਈਏ ਗੁਰਬਾਣੀ ਸੁਣ ਲਈਏ, ਪੜ੍ਹ ਲਈਏ, ਆਪ ਨਹੀਂ ਪੜ੍ਹਦੇ ਤਾਂ ਸੁਣੀਏ, ਜਾ ਕੇ ਕੀਰਤਨ ਸੁਣਿਆ ਕਰੀਏ। 2 ਟਾਈਮ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਆਖਿਆ ਹੈ। ਤੇ ਠੀਕ ਹੈ, ਸੁਖਮਨੀ ਸਾਹਿਬ ਦਾ ਪਾਠ ਮੁਬਾਰਕਬਾਦ, ਸੁਖਮਨੀ ਸਾਹਿਬ ਦਾ ਪਾਠ ਕਰਾਓ, ਪਰ ਯਾਦ ਰੱਖੋ ਪਾਠ ਕਰਨ ਅਤੇ ਸੁਣਨ ਵਾਸਤੇ ਸਤਿਗੁਰੂ ਨੇ ਆਖਿਆ ਹੈ। ਇਹ ਨਹੀਂ ਪਾਠ ਉੱਤੇ ਹੁੰਦਾ ਅਸੀਂ ਥੱਲੇ ਕੇ ਕੱਟੀ ਜਾਈਏ। ਖੁਸ਼ੀਆਂ ਸਤਿਗੁਰੂ ਨੇ ਬਖਸ਼ੀਆਂ ਨੇ, ਸਭ ਸੱਚੇ ਪਾਤਸ਼ਾਹ ਬਖਸ਼ਾਂ ਕਰਨ, ਸਾਰਿਆਂ ਨੂੰ ਖੁਸ਼ੀਆਂ ਬਖਸ਼ਣ, ਪਰ ਖੁਸ਼ੀਆਂ ਮਨਾਉਂਦਿਆਂ ਉਸ ਗੁਰੂ ਨੂੰ ਨਾ ਭੁਲਾਈਏ, ਉਹਨੂੰ ਚੇਤੇ ਰੱਖੀਏ। ਸੋ ਇਹਨੇ ਕਹਿੰਦੇ ਅੱਜ ਸਮਾਂ ਭਾਈ ਸਾਹਿਬ ਜੀ ਆਪਣਾ ਸਮਾਪਤ ਹੋ ਗਿਆ, ਸ਼ਾਇਦ 2-4 ਮਿੰਟ ਉੱਤੇ ਹੀ ਹੋ ਗਏ। ਤੇ ਇੱਥੇ ਆਪਾਂ ਸੋਮਵਾਰ ਸ਼ਾਮ ਨੂੰ ਤੁਹਾਡੇ ਦਰਸ਼ਨ ਦੁਆਰਾ ਕਰਾਂਗੇ। ਸੋ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ।